जी का खालसा वाहिगुरु जी की फतेह। दसा पातशाहियां दी आत्मक जोत हाजरा हजूर पातशाह श्री गुरु ग्रंथ साहिब जियां दी पवित्र पावन अमृतमयी हजूरी विच बड़े ही प्रेम सहित शाम के दीवाना विच आप जी जुड़ बैठे हो। सतगुरां दी कृपा दे नाल भागण भरे अवसर प्राप्त होया। आओ इस वेले नूं सफला बनाइए। चल रहे इतिहास के पावन प्रसंगां दे विचों आप जी ने सरवण कीता सी सतगुरां दे नानके परिवार अते राय भोई दी तलवंडी तो वेदियां दी कुल राय बुलार जी तो असीसां लेके 2 दिनां दा सफर तय करते हुए बरात के रूप दे विच सुल्तानपुर लोधी पहुंचे ने। इत्थे आके एक दूजे नाल मुलाकातां होईयां। सतगुरां दे जीजा जयराम जी ने पिता जी के कहने तो पहला ही 3000 रुपया उन्होंने सौंप दिता। जिस माया को प्राप्त करके पिता जी अत प्रसन्न हैं, बड़े खुश हैं। उन्हों की खुशी हुण दुगनी चौगनी हो गई, 4 चन्न लग गए ने। खूब जश्न ते तैयारियां चल रही ने। इन्हां प्रसंगां नूं आप जी ने विस्तार सहित सरवण कीता है। आओ कुछ समा मन व्यक्तियां नूं एकाग्र चित बनाइए। पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री दोहरा वृंद मधुर पकवान को शीस नरन तरवाई। दौलत खान निरपाल को दीन जराम सुजाई। जिस वेले सतगुरां दे पिता जी ते दादके परिवार जो बरात के रूप दे विच चल के सुल्तानपुर लोधी रुकिया है। तकरीबन 2 दिन इन्हां ने इत्थे बतीत कीते ने। 2 दिनां बाद हलवाइयां नूं बुलाया गया। मठियाइयां कढ़ियां जा रही ने। जिस वेले खूब मठियाइयां बनन तो बाद शगना दे वेले इन्हां नूं वंडण दा समा आया। सब तो पहला जयराम जियां ने नवाब दौलत खान दे पास एक खुशखबरी भेजनी चाहिए। वड्डियां परातां दे विच शक्कर पारे, लड्डू अते जलेबियां, इन्हां मिठियां वस्तुआं नूं पा के उन्हां नूं कज के कुछ मनुखा ने सिरां उत्ते वड्डियां परातां रख के ये सब मठियाई नवाब दौलत खान दे कोल चिट्ठी दे समेत लेके आए ने। खुशखबरी दी चिट्ठी सुल्तानपुर लोधी के राजे नूं इन्हां अर्पण कीती है। सोरठा लख आनंद को वृंद बद्यो नरिंद सो बदन
ਨਰਨ ਤੇ ਵਸਤ ਬਿਲੰਦ ਸੁਛੰਦ ਮੋਹੇ ਨਰਨ ਤੇ ਚਹਿਤ ਲੋਹਿਓ। ਜਿਸ ਵੇਲੇ ਇਥੋਂ ਦੇ ਨਵਾਬ ਸੁਣ ਕੇ ਖੁਸ਼ ਹੋਏ ਵੀ ਇਹ ਤੇ ਵਿਆਹ ਦੀ ਖੁਸ਼ੀ ਹੈ, ਵਿਆਹ ਵੀ ਉਹਨਾਂ ਦਾ ਜੋ ਇਹਨਾਂ ਦੇ ਮੋਦੀ ਲੱਗਦੇ ਨੇ, ਜਿਨ੍ਹਾਂ ਦੇ ਕੋਲ ਸਮੇਂ ਦਾ ਮੋਦੀ ਖਾਨਾ ਹੈ। ਨਵਾਬ ਦੌਲਤ ਖਾਨ ਖੁਸ਼ ਹੋ ਕੇ ਉੱਠੇ ਨੇ, ਜੈ ਰਾਮ ਜੀ ਨੂੰ ਗਲਵਕੜੀ ਪਾ ਕੇ ਮਿਲੇ ਨੇ, ਖੁਸ਼ਖਬਰੀਆਂ ਤੇ ਵਧਾਈ ਦਿੱਤੀ ਹੈ। ਆਖਣ ਲੱਗੇ ਮੇਰੇ ਇਸ ਖਜ਼ਾਨੇ ਦੇ ਮੂੰਹ ਖੁੱਲੇ ਨੇ, ਜਿਸ ਵਸਤੂ ਦੀ ਜ਼ਰੂਰਤ ਹੋਵੇ ਆਪਣਾ ਬਣਾ ਕੇ ਕਹਿ ਰਹੇ ਨੇ, ਕੋਈ ਦਰਿਆਵੀ ਤੌਰ ਤੇ ਨਹੀਂ ਵੀ ਰਸਮੀ ਕਹਿਤਾ। ਆਖਣ ਲੱਗੇ ਜਿਸ ਚੀਜ਼ ਦੀ ਲੋੜ ਹੈ ਬਿਨਾਂ ਮੰਗਿਆ ਇੱਥੋਂ ਚੁੱਕ ਕੇ ਲੈ। ਜੈ ਰਾਮ ਜੀ ਜਿੰਨੀ ਖੁਸ਼ੀ ਤੁਹਾਨੂੰ ਹੈ ਉਨੀ ਸਾਨੂੰ ਹੈ। ਬੇਸ਼ੱਕ ਇਹ ਸਨਾਤਨ ਮਤ ਨਾਲ ਜੁੜੇ ਆ ਤੇ ਉਹ ਇੱਕ ਮੁਸਲਮਾਨ ਹੈ, ਪਰ ਭਾਈਚਾਰਾ ਤੇ ਪ੍ਰੇਮ ਕਿੰਨਾ ਸੀ। ਉਹਨਾਂ ਸਮਿਆਂ ਵਿੱਚ ਧਰਮ ਵੀ ਇੱਕ ਰਾਜਨੀਤੀ ਸੀ। ਔਰੰਗਜ਼ੇਬ ਦੇ ਵੇਲੇ ਕਿੰਨੇ ਹਿੰਦੂਆਂ ਦਾ ਕਤਲੇਆਮ ਕੀਤਾ, ਲੱਖਾਂ ਦਾ। ਤੇ 22 ਧਾਰ ਦੇ ਰਾਜੇ ਕੌਣ ਸੀ? 22 ਦੇ 22 ਰਾਜੇ ਹਿੰਦੂ ਸੀ। ਉਹਨਾਂ ਨੂੰ ਝਰੀਟ ਤੱਕ ਨਹੀਂ ਆਈ। ਬਾਕੀ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਮੰਦਰ ਨਹੀਂ ਛੱਡਿਆ, ਕੋਈ ਹਿੰਦੂ ਨਹੀਂ ਛੱਡਿਆ। ਅੱਜ ਵੀ ਸੇਮ ਜ਼ਮਾਨਾ ਹੈ। ਮੁਸਲਮਾਨਾਂ ਦੇ ਨਾਲ ਸਨਾਤਨ ਮਤ ਦੀ ਲੜਾਈ ਦੱਸੀ ਜਾਂਦੀ ਹੈ, ਸ਼ੋਸ਼ਣ ਕੀਤਾ ਜਾਂਦਾ ਹੈ, ਪਰ ਇਹਨਾਂ ਲੋਕਾਂ ਦੇ ਜਿਹੜੇ ਜਵਾਈ ਭਾਈ ਨੇ ਉਹ ਸਾਰੇ ਮੁਸਲਮਾਨ ਨੇ, ਜਿਹੜੇ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਧਰਮਾਂ ਦੇ ਨਾਂ ਤੇ ਜ਼ਹਿਰ ਉਗਲਦੇ ਨੇ। ਆਪਣੀਆਂ ਰਿਸ਼ਤੇਦਾਰੀਆਂ ਨੇ, ਧੀਆਂ ਵਿਆਹੀਆਂ ਹੋਈਆਂ ਮੁਸਲਮਾਨ ਤੇ ਲੋਕਾਂ ਨੂੰ ਲੜਾ ਰਹੇ ਆ। ਇਹ ਔਰੰਗਜ਼ੇਬ ਵਾਲੀ ਥਿਊਰੀ ਚੱਲ ਰਹੀ ਹੈ, ਉਦੋਂ ਵੀ ਇਹੀ ਸੀ। ਹੁਣ ਬੇਸ਼ੱਕ ਉਹ ਸਮੇਂ ਦਾ ਰਾਜਾ ਹੈ ਇੱਥੋਂ ਦਾ, ਪਰ ਗੁਰੂ ਸਾਹਿਬ ਦੇ ਪਰਿਵਾਰ ਨਾਲ ਉਹਦਾ ਕਿੰਨਾ ਭਾਈਚਾਰਾ ਹੈ, ਕਿੰਨਾ ਮਿਲਵਰਤਨ ਹੈ, ਕਿਉਂਕਿ ਪਰਿਵਾਰਾਂ ਦੇ ਵਿੱਚ ਧਰਮ ਨਹੀਂ ਹੁੰਦਾ। ਧਰਮ ਤੇ ਲੋਕਾਂ ਨੇ ਸਿਆਸਤ ਦੀ ਭੇਟ ਚਾੜਿਆ ਹੋਇਆ ਹੈ। ਹੁਣ ਜੈ ਰਾਮ ਇੱਕ ਹਿੰਦੂ ਪਰਿਵਾਰ ਚੋਂ ਨੇ, ਸਨਾਤਨੀ ਪਰਿਵਾਰ ਵਿੱਚੋਂ ਨੇ। ਨਵਾਬ ਦੌਲਤ ਖਾਨ 5 ਨਵਾਬੀ ਮੁਸਲਮਾਨ ਹੈ। ਤੇ ਜੇ ਵੇਖਿਆ ਜਾਏ ਵੈਰ ਹੀ ਬਹੁਤ ਵੱਡਾ ਹੈ, ਪਰ ਨਹੀਂ, ਭਾਈਚਾਰਾ ਬੜਾ ਵੱਡਾ ਹੈ। ਜਿੱਥੇ ਭਾਈਚਾਰਾ ਆ ਜੇ ਉੱਥੇ ਸਾਰੀਆਂ ਗੱਲਾਂ ਵੱਧਦੀਆਂ ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਨਵਾਬ ਦੌਲਤ ਖਾਨ ਨੇ ਹੱਥ ਜੋੜ ਕੇ ਆਖਿਆ ਸਾਡੇ ਲਾਇਕ ਸੇਵਾ ਦੱਸੀ ਜਾਏ, ਕੱਲੀ ਦੱਸੀ ਨਾ ਜਾਏ, ਸੇਵਾ ਬਖਸ਼ੀ ਜਾਏ। ਜੈ ਰਾਮ ਹੱਸ ਕੇ ਆਖਣ ਲੱਗੇ, ਕਹਿੰਦੇ ਤੁਹਾਡਾ ਮਿਹਰ ਭਰਿਆ ਹੱਥ ਚਾਹੀਦਾ ਹੈ, ਤੁਹਾਡੀਆਂ ਅਸੀਸਾਂ ਚਾਹੀਦੀਆਂ ਨੇ, ਸਭ ਪ੍ਰਵਾਨ ਹੈ। ਕਬਿਤ ਬੋਲੇ ਗੁਣ ਐਨ ਅਰਵਿੰਦ ਸਮਨੈਨ ਲੋਨੇ ਜਾ ਕੇ ਅਵਲੋਕ ਕੋਨੇ ਮੈਨ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੱਦਾ ਦਿੱਤਾ ਗਿਆ, ਕਿਉਂਕਿ ਗੁਰੂ ਸਾਹਿਬ ਜ਼ਿਆਦਾਤਰ ਮੋਦੀ ਖਾਨੇ 'ਚ ਰਹਿੰਦੇ ਆ। ਭਾਈ ਬਾਲਾ ਜੀ ਨੂੰ ਵੀ ਕਿਹਾ ਵੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਮੋਦੀ ਖਾਨਾ ਨਹੀਂ ਖੋਲਣਾ, ਨਹੀਂ ਜਾਣਾ, ਪਰ ਗਰੀਬ ਨਵਾਜ਼ ਪਾਤਸ਼ਾਹ ਨੇ ਆਪਣੇ ਸੇਵਕਾਂ ਤੇ ਦਾਸਾਂ ਨੂੰ ਬਿਠਾਇਆ ਹੋਇਆ, ਆਪ ਵੀ ਜਾਂਦੇ ਨੇ। ਪਰ ਅੱਜ ਸੱਚੇ ਪਾਤਸ਼ਾਹ ਨੂੰ ਸਪੈਸ਼ਲੀ ਤੌਰ ਤੇ ਬੁਲਾਇਆ ਗਿਆ ਘਰੇ ਵੀ ਅੱਜ ਸਾਰਾ ਦਿਨ ਤੁਸੀਂ ਪਰਿਵਾਰ ਵਿੱਚ ਰਹਿਣਾ, ਘਰ ਵਿੱਚ ਰਹਿਣਾ। ਹੁਣ ਇੱਥੇ ਗੁਰੂ ਸਾਹਿਬ ਦੀ ਮਹਿਮਾ ਲਿਖ ਰਹੇ ਨੇ ਕਵੀ ਜੀ ਤੇ ਭਾਈ ਬਾਲਾ ਜੀ, ਉਸ ਵੇਲੇ ਗੁਰੂ ਸਾਹਿਬ ਨੂੰ ਸੁਣਾ ਰਹੇ ਨੇ ਗੁਰੂ ਅੰਗਦ ਦੇ ਬਾਰੇ। ਕਹਿੰਦੇ ਸੱਚੇ ਪਾਤਸ਼ਾਹ ਸਹਿਜ ਸੁਭਾ ਘਰੇ ਆਏ, ਕਬਲ ਸਰੀਖੇ ਨੇਤਰ, ਜਿੱਧਰ ਅੱਖ ਭਰ ਕੇ ਵੇਖਦੇ ਨੇ ਮਨ ਖੋ ਲੈਂਦੇ ਨੇ। ਹੁਣ ਮੈਂ ਬਸਾਏ ਤਨ ਸਾਧਨ ਮਲਾਏ, ਸ਼ੁਭ ਗਾਏ ਗੀਤ ਅੰਗਣਾ ਬਨੇ ਬੈਨ ਮਾਨ ਕੇ। ਹੁਣ ਜਦੋਂ ਸਤਿਗੁਰ ਜੀ ਆਪ ਆ ਗਏ ਤੇ ਜਿੰਨੀਆਂ ਬੇਦੀ ਵੰਸ਼ ਦੀਆਂ ਔਰਤਾਂ ਸੀ ਜਾਂ ਇੱਥੋਂ ਦੀਆਂ ਸੀ ਸ਼ਰੀਕੇ ਦੇ ਵਿੱਚ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇੱਕ ਫੱਟੀ ਤੇ ਬਿਠਾ ਲਿਆ, ਪੀੜੀ ਤੇ ਬਿਠਾਇਆ ਉਹਨਾਂ ਨੇ। ਕਹਿੰਦੇ ਮਹਾਰਾਜ ਤੁਹਾਨੂੰ ਬਹਿਣਾ ਪੈਣਾ। ਗਰੀਬ ਨਵਾਜ਼ ਸਤਿਗੁਰ ਕਹਿੰਦੇ ਸਾਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ। ਉਹ ਕਹਿੰਦੇ ਚੰਗੀਆਂ ਲੱਗਣ ਨਾ ਲੱਗਣ, ਪਰ ਇਹ ਮਰਿਆਦਾ ਹੈ ਸਾਡੀ, ਰਸਮ ਹੈ ਸਾਡੀ। ਕਹਿੰਦੇ ਗਰੀਬ ਨਵਾਜ਼ ਸਤਿਗੁਰਾਂ ਨੂੰ ਬਿਠਾ ਲਿਆ ਗਿਆ, ਬਹਿ ਗਏ ਸੱਚੇ ਪਾਤਸ਼ਾਹ। ਹੁਣ ਸਤਿਗੁਰਾਂ ਦੇ ਸਰੀਰ ਉੱਤੇ ਵਟਣਾ ਮਲਿਆ ਜਾਂਦਾ ਹੈ। ਦੁਨੀਆ ਦਾ ਇੱਕੋ ਇੱਕ ਚੋਟ ਹੈ, ਇੱਕੋ ਇੱਕ ਸੱਟ ਹੈ,
ਜਿਹੜੀ ਵੱਜਣ ਤੋਂ ਪਹਿਲਾਂ ਹਲਦੀ ਲੱਗਦੀ ਆ, ਆਖੋ ਸਤਿਨਾਮ। ਬਾਕੀ ਸੱਟਾਂ ਦੇ ਬਾਅਦ ਵਿੱਚ ਉਹ ਹਲਦੀ ਪਲਾਈ ਜਾਂਦੀ ਹੈ, ਬੰਨੀ ਜਾਂਦੀ ਹੈ। ਵਿਆਹ ਇੱਕੋ ਇੱਕ ਇਹੋ ਜਿਹਾ ਜ਼ਖਮ ਹੈ ਜਿੱਥੇ ਪਹਿਲਾਂ ਤੋਂ ਹਲਦੀ ਦੀ ਤਿਆਰੀ ਕਰ ਲਈ ਜਾਂਦੀ ਹੈ ਵੀ ਭਾਈ ਜ਼ਿੰਦਗੀ ਦੇ ਦੁੱਖ ਬੜੇ ਆਉਣਗੇ, ਬੜਾ ਕੁਝ ਝੱਲਣਾ ਪੈਣਾ, ਪਤਾ ਹੈ। ਹੁਣ ਜਦੋਂ ਕਹਿੰਦੇ ਵੱਟਣਾ ਮਲਣ ਲੱਗੀਆਂ ਔਰਤਾਂ ਗੀਤ ਗਾਉਂਦੀਆਂ ਨੇ, ਗੁਰੂ ਸਾਹਿਬ ਜੀ ਉਹਨਾਂ ਗੀਤਾਂ ਨੂੰ ਸੁਣ ਕੇ ਮੁੱਖ ਨੀਵਾਂ ਕਰ ਲਿਆ, ਕਿਉਂਕਿ ਪਾਤਸ਼ਾਹ ਨੂੰ ਇਹ ਚੀਜ਼ਾਂ ਭਾਉਂਦੀਆਂ ਹੀ ਨਹੀਂ, ਚੰਗੀਆਂ ਹੀ ਨਹੀਂ ਲੱਗਦੀਆਂ। ਪਰ ਭਾਈ ਬਾਲਾ ਜੀ ਕੋਲ ਬੈਠੇ ਮੁਸਕਰਾ ਰਹੇ ਨੇ, ਕਹਿੰਦੇ ਵੱਟਣਾ ਮਲਿਆ ਜਾ ਰਿਹਾ, ਜੋ ਬੇਸਣ ਹਲਦੀ ਜੋ ਕੁਝ ਵੀ ਹੁੰਦਾ ਬਸ ਮਾਲਿਸ਼ ਕੀਤੀ ਜਾ ਰਹੀ ਹੱਥਾਂ ਨੂੰ, ਮੁੱਖ ਤੇ। ਪਰ ਗੁਰੂ ਸਾਹਿਬ ਅੰਦਰੋਂ ਤੇ ਪਰਮਾਤਮਾ ਨਾਲ ਹੀ ਜੁੜੇ ਆ, ਕਿਉਂਕਿ ਇਹ ਕਾਰਵਾਈਆਂ ਪਾਈਆਂ ਗਈਆਂ, ਕੀਤੀਆਂ ਗਈਆਂ, ਸ਼ਗਨ ਵਿਵਹਾਰ ਸਨ। ਅਸਲ ਵਿੱਚ ਗੁਰੂ ਸਾਹਿਬ ਨੇ ਸਾਰਾ ਕਨਸੈਪਟ ਬਾਅਦ ਵਿੱਚੋਂ ਲਿਆ ਕੇ ਖੋਲਣਾ ਵਿਆਹ ਤੋਂ ਬਾਅਦ, ਫਿਰ ਆਪਣੇ ਅਸਲ ਰੂਪ ਵਿੱਚ ਜਾ ਕੇ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ। ਇੱਥੇ ਤੇ ਸਾਰੀ ਕੁੱਲ ਇਕੱਠੀ ਹੋਈ ਹੈ। ਕਹਿੰਦੇ ਜੀ ਵੱਟਣੇ ਮਲੇ ਜਾ ਰਹੇ ਨੇ, ਸੋਹਣੇ ਸੋਹਣੇ ਗੀਤ ਇਹ ਔਰਤਾਂ ਗਾਉਂਦੀਆਂ ਨੇ। ਵੱਡੀ ਵਡ ਭਾਗਣ ਸੁਹਾਗਣ ਸਪਤ ਮਿਲ, ਆਂਗਣ ਮਲਤ ਭਲੇ ਬੇਦੀ ਕੁਲ ਭਾਨ ਕੇ। ਹੁਣ ਸਤਿਗੁਰਾਂ ਦੇ ਪਰਥਾਈ ਮਹਿਮਾ ਗਾਈ ਜਾਂਦੀ ਹੈ, ਤੁਸੀਂ ਵੇਦੀ ਵੰਸ ਦੇ ਸੂਰਜ ਹੋ। ਨਾਲੇ ਵੱਟਣਾ ਲਾਇਆ, ਗੀਤ ਗਾਏ ਜਾਂਦੇ ਨੇ, ਨਾਨਕਿਆਂ ਵੱਲੋਂ ਗੀਤ ਗਾਏ ਗਏ, ਬੜਾ ਕੁਝ ਬੋਲਿਆ ਗਿਆ, ਬੜਾ ਕੁਝ ਉਪਮਾ ਵਿੱਚ ਸੁਣਾਇਆ ਗਿਆ। ਭਾਈ ਬਾਲਾ ਜੀ ਸਤਿਗੁਰਾਂ ਦੇ ਕੋਲ ਬੈਠੇ ਮੁਸਕਰਾਉਂਦੇ ਰਹਿੰਦੇ, ਸੱਚੇ ਪਾਤਸ਼ਾਹ ਇਹ ਦਿਨ ਸਭ ਤੇ ਆਉਣੇ, ਆਖੋ ਸਤਿਨਾਮ। ਸਭ ਤੇ ਆਉਣਗੇ, ਕਿਉਂਕਿ ਗੁਰੂ ਪਾਤਸ਼ਾਹ ਨੇ ਤੇ ਗ੍ਰਸਥ ਧਰਮ ਦਾ ਬਹੁਤ ਵੱਡਾ ਮਹਾਤਮ ਦੱਸਿਆ ਹੋਇਆ, ਬਹੁਤ ਵੱਡਾ ਮਹਾਤਮ। ਪਾਤਸ਼ਾਹ ਬੈਠੇ ਰਹੇ 1 ਘੰਟਾ ਸਵਾ ਘੰਟਾ, ਇਹ ਰਸਮ ਅਦਾ ਕਰਦੇ ਰਹੇ। ਉਧਰ ਬ੍ਰਾਹਮਣ ਆ ਗਏ ਸੀ, ਉਹਨਾਂ ਨੇ ਵੇਦਾਂ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ। ਉਹ ਆਪਣੇ ਪਾਸੇ ਵੇਦਾਂ ਦਾ ਪਾਠ ਕਰਦੇ ਆ, ਕਿਤੇ ਸ਼੍ਰੀਮਦ ਭਾਗਵਤ ਪੜ੍ਹੀ ਜਾ ਰਹੀ ਹੈ, ਕਿਤੇ ਰਾਮਾਇਣ ਦੇ ਚਲੀਸੇ ਕਰੇ ਜਾਂਦੇ ਆ, ਕਿਉਂਕਿ ਉਹ ਉਹਨਾਂ ਦੀ ਆਪਣੀ ਮਰਿਆਦਾ ਹੈ। ਇੱਧਰ ਬੀਬੀਆਂ ਦੀ ਆਪਣੀ ਮਰਿਆਦਾ ਸੀ, ਕਦੇ ਖੂਬ ਗੀਤ ਗਾਏ, ਢੋਲਕੀਆਂ ਵਜਾਈਆਂ, ਹਾਸੇ ਉਸ ਵੇਲੇ ਪਾਏ ਜਾਂਦੇ ਨੇ। ਨਾਹਿਨ ਪੁੰਨ ਕੀਨੋ ਬਹੁ ਦੀਨਨ ਕੋ ਦਾਨ ਦੀਨੋ, ਆਸਨ ਆਸੀਨੇ ਕੁਰਬਾਨ ਸੁਖ ਦਾਨ ਕੇ। ਹਰ ਇੱਕ ਇਨਸਾਨ ਸੱਚੇ ਪਾਤਸ਼ਾਹ ਤੋਂ ਚੀਜ਼ਾਂ ਵਾਰ-ਵਾਰ ਕੇ ਦਾਨ ਕਰ ਰਹੇ ਹਨ। ਸਮਾਜ ਹੀ ਏਦਾਂ ਦਾ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਕਰਮ ਕਾਂਡਾਂ ਦੇ ਵਿਰੁੱਧ ਜਦੋਂ ਆਵਾਜ਼ ਚੁੱਕੀ ਹੈ, ਲੋਕਾਂ ਨੂੰ ਹਜ਼ਮ ਨਹੀਂ ਸੀ ਹੋਈ, ਕਿਉਂਕਿ ਜਿਹੜੀ ਦੁਨੀਆ ਸਦੀਆਂ ਤੋਂ ਇਹ ਭਰਮਾਂ 'ਚ ਪਈ ਹੋਈ ਹੈ, ਇੱਕਦਮ ਗੁਰੂ ਸਾਹਿਬ ਨੇ ਜਦੋਂ ਕੈਂਚੀ ਚੱਕੀ ਨਾ ਕਰਮ ਕਾਂਡ ਕੱਟਣ ਦੀ, ਤੇ ਲੋਕਾਂ ਨੂੰ ਫਿੱਟ ਨਹੀਂ ਸੀ ਆਇਆ। ਹੌਲੀ ਹੌਲੀ ਜਦੋਂ ਸਿੱਖ ਜਾਗਰਤ ਹੁੰਦੇ ਗਏ ਤੇ ਇਹ ਚੀਜ਼ਾਂ ਦਾ ਵਿਨਾਸ਼ ਹੁੰਦਾ ਗਿਆ। ਅੱਜ ਵੀ ਅਸੀਂ ਬੇਸ਼ੱਕ ਸਿੱਖ ਬਣੇ ਹੋਏ ਹਾਂ, ਨਾਮ ਧਰੀਕ ਸਿੱਖ ਹਾਂ ਅਸੀਂ, ਦਿਖਾਵੇ ਦੇ, ਕਿਉਂਕਿ ਸਾਡੇ ਜਿੰਨੇ ਵੀ ਪ੍ਰੋਗਰਾਮ ਨੇ ਨਾ, ਸਮਾਗਮ ਵਿਆਹ ਦੇ ਹੋਣ, ਆਨੰਦ ਕਾਰਜ ਹੋਣ ਜਾਂ ਕੁਝ ਹੋਰ ਹੋਵੇ ਖੁਸ਼ੀ ਗਮੀ ਦਾ, ਤਕਰੀਬਨ ਬ੍ਰਾਹਮਣ ਮੱਤ ਦਾ ਹੀ ਪ੍ਰਚਾਰ ਹੁੰਦਾ ਉਹਦੇ ਵਿੱਚ। ਫੰਬੜੀਆਂ ਫੁੰਬੜੀਆਂ ਜਿਹੀਆਂ ਬੰਨਣੀਆਂ, ਨਾਰੀਅਲ ਰੱਖਣੇ, ਇੱਧਰ ਉੱਧਰ ਦੇ ਕੰਮ, ਇਹ ਉਹਨਾਂ ਧਰਮਾਂ ਤੋਂ ਪ੍ਰੇਰਿਤ ਨੇ। ਪਰ ਸਿੱਖੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਬੜੀ ਮਨਾਹੀ ਹੈ। ਗੁਰੂ ਸਾਹਿਬ ਨੇ ਜਿਸ ਸਿੱਖ ਨੂੰ ਅੰਮ੍ਰਿਤ ਦੀ ਦਾਤ ਦੇਤੀ, ਉਹਨੂੰ ਸਟਿਕ ਹੋ ਕੇ ਕਹਿਤਾ ਵੀ ਇਸ ਮਰਿਆਦਾ ਨੂੰ ਫੋਲੋ ਕਰ। ਜਿਹੜਾ ਨਹੀਂ ਅੰਮ੍ਰਿਤਧਾਰੀ ਉਹ ਜੋ ਮਰਜ਼ੀ ਕਰੀ, ਉਹਦਾ ਕੋਈ ਫਰਕ ਨਹੀਂ ਪੈਂਦਾ। ਪਰ ਖਾਲਸੇ ਨੂੰ ਗੁਰੂ ਸਾਹਿਬ ਨੇ ਆਪਣੀ ਰਹੁ-ਰੀਤ ਦਿੱਤੀ ਹੈ, ਭਾਈ ਮੇਰਾ ਖਾਲਸਾ ਇਹਨਾਂ ਚੀਜ਼ਾਂ ਤੋਂ ਨਿਆਰਾ ਰਹੇਗਾ। ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਖ ਰਹੇ ਸੀ ਵੀ ਦੁਨੀਆ 'ਚ ਹੋ ਕੀ ਰਿਹਾ ਹੈ, ਜ਼ਮਾਨਾ ਕਰਦਾ ਕੀ ਹੈ। ਸਤਿਗੁਰਾਂ ਤੋਂ ਮਾਇਆ ਵਾਰ-ਵਾਰ ਗਰੀਬਾਂ ਨੂੰ ਦੇ ਰਹੇ ਆ। ਕਹਿੰਦੇ ਇਹਦਾ ਭਾਵ ਕੀ ਹੁੰਦਾ ਹੈ? ਲੋਕੀ ਕਹਿੰਦੇ ਮਾਇਆ ਵਾਰ ਕੇ ਦੇਣੀ, ਦਾਨ ਕਰਨਾ, ਭਾਵ ਬੰਦੇ ਦਾ ਦਿਲ ਇੱਧਰ ਦੂਜੇ ਕੋਲ ਚਲਿਆ ਜਾਂਦਾ। ਮਤਲਬ ਇਹ ਫਿਰ ਭਲਾ ਤੇ ਮੰਗਿਆ ਨਹੀਂ, ਕਿਸੇ ਦਾ ਬੁਰਾ ਸੋਚਣ ਵਾਲਾ ਹੀ ਕੰਮ। ਆਖੋ ਸਤਿਨਾਮ। ਵੀ ਆਪਣਾ ਢਾਲਾ ਲਾ ਕੇ ਦੂਜੇ ਤੋਂ ਸੁੱਟਦੇ ਹੋ, ਆਪਣਾ ਭਰਮ ਉਤਾਰ ਕੇ ਦੂਜੇ ਦੇ ਗਲ ਪਾ ਦਿਓ। ਉਹ ਕਰਦੇ ਰਹੇ, ਕਿਸੇ ਨੇ ਚੌਲ ਵਾਰੇ, ਕਿਸੇ ਨੇ ਦਾਲਾਂ ਵਾਰੀਆਂ, ਕਿਸੇ ਨੇ ਕੁਝ ਵਾਰਿਆ, ਕਿਸੇ ਨੇ ਫਲ ਵਾਰ ਦਿੱਤੇ, ਕੋਈ ਕੱਪੜੇ ਵਾਰਦਾ, ਕੋਈ ਪੈਸੇ ਵਾਰਦਾ, ਆਪਣੀ ਆਪਣੀ ਮਰਿਆਦਾ ਰੀਤ ਦੇ ਮੁਤਾਬਕ। ਸਤਿਗੁਰਾਂ ਦੇ ਸਿਰ ਤੋਂ ਬੜਾ ਕੁਝ ਵਾਰਿਆ ਜਾਂਦਾ ਏ। ਸਵਈਆ ਸੋਹਿਤ ਪੀਤ ਦਕੂਲ ਧਰੇ, ਸ਼ੋਭੇ ਹਾਥ ਬੰਨ੍ਹ ਜਿਨ ਕੇ ਕੰਗਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੀਸ ਉੱਤੇ ਅੱਜ ਪੀਲੀ ਦਸਤਾਰ ਬੰਨੀ ਹੋਈ ਹੈ, ਪੀਲਾ ਵਸਤਰ ਸੱਚੇ ਪਾਤਸ਼ਾਹ ਨੇ ਮੋਢਿਆਂ ਤੇ ਉੜਿਆ ਹੋਇਆ ਸੀ।
ਭਾਈ ਬਾਲਾ ਜੀ ਉਸ ਵੇਲੇ ਦੀ ਕੱਲੀ ਕੱਲੀ ਗੱਲ ਦੱਸ ਰਹੇ ਨੇ, ਪਰ ਮਹਾਰਾਜ ਮੁਸਕਰਾ ਪੈਂਦੇ ਆ, ਹੱਸਦੇ ਆ, ਕਿਉਂਕਿ ਇਹ ਚੀਜ਼ਾਂ ਉਹਨਾਂ ਨੂੰ ਪਸੰਦ ਨਹੀਂ ਜੋ ਕੁਝ ਹੋ ਰਿਹਾ ਹੈ। ਇੱਕ ਸਮਾਜ ਦੀਆਂ ਰਸਮਾਂ ਨੇ ਬਣਾਈਆਂ, ਕਿਹਨੇ ਨੇ? ਬੰਦਿਆਂ ਨੇ ਬਣਾਈਆਂ। ਤੇ ਜਿਹੜੇ ਲੋਕ ਕੋਰਟ ਮੈਰਿਜਾਂ ਕਰਾ ਲੈਂਦੇ ਨੇ, ਨਾ ਆਨੰਦ ਕਾਰਜ ਕਰਾਉਣ, ਨਾ ਫੇਰੇ ਲੈਣ, ਕੀ ਉਹਨਾਂ ਦੇ ਪਰਿਵਾਰ ਨਹੀਂ ਹੁੰਦੇ? ਸੋਚਣ ਵਾਲੀ ਗੱਲ। ਤੇ ਬੜੇ ਲੋਕ ਐਸੇ ਨੇ ਜੀ, ਪੜ੍ਹਿਆ ਲਿਖਿਆ ਨੂੰ ਪਿੰਡਾਂ 'ਚ ਆਸੇ ਪਾਸੇ ਮੱਥੇ ਟਿਕਾਉਂਦੇ ਫਿਰਨਗੇ, ਹੁਣ ਖੇੜੇ ਤੇ ਮੱਥਾ ਟੇਕ ਲਾ, ਫਲਾਣੀ ਮਾਤਾ ਰਾਣੀ ਨੂੰ ਟੇਕ ਲਾ, ਫਲਾਣੇ ਜਗ੍ਹੇ ਤੇ ਚੱਲ ਜਾ। ਇਹ ਭਰਮ ਦਾ ਚਾਹ ਹੈ, ਅੰਧ ਵਿਸ਼ਵਾਸ ਹੈ। ਆਪ ਚਾਰ ਇੱਟਾਂ ਲਾ ਕੇ ਬੰਦਾ ਆਪ ਹੀ ਉਹਨੂੰ ਰੱਬ ਮੰਨਦਾ ਫਰੀ ਜਾਂਦਾ। ਪੜ੍ਹੀ ਲਿਖੀ ਦੁਨੀਆ ਇਸ ਪਾਸੇ ਤੁਰੀ ਫਿਰਦੀ। ਗੁਰਮਤਿ ਦੇ ਗਿਆਨ ਨੇ ਸਾਨੂੰ ਸਮਝਾਇਆ ਵੀ ਗਿਆਨ ਗੁਰੂ ਆਤਮ ਉਪਦੇਸ਼ੋ ਧਿਆਨ ਵਿਭੂਤ ਲਗਾਵੇ। ਸਿਖਾ ਧਿਆਨ ਦੀ ਵਿਭੂਤੀ ਲਾਇਆ ਕਰ, ਗਿਆਨ ਦਾ ਉਪਦੇਸ਼ ਜੀਵਨ ਵਿੱਚ ਕਮਾਇਆ ਕਰ। ਰੱਬ ਦੀ ਕਿਰਪਾ ਨਾਲ ਅੰਦਰੋਂ ਜਾਗਰਤ ਹੋਣਾ, ਇਹ ਰੱਬ ਦੀ ਮਹਿਮਾ ਹੈ, ਉਹਦੀ ਸਿਫਤ ਹੈ, ਇਹ ਧਰਮ ਹੈ। ਆ ਕਰਮ ਕਾਂਡਾਂ ਵਿੱਚ ਕੁਝ ਨਹੀਂ। ਜਿਹੜਾ ਸਰੀਰ ਹੈ ਹੀ ਮਿੱਟੀ ਹੈ, ਉਹਨੂੰ ਭਾਵੇਂ ਵੱਟਣਾ ਲਾ ਲਓ, ਬੰਨ ਲਾ ਲਓ, ਸੁਗੰਧੀਆਂ ਲਾ ਲਓ, ਜਾਂ ਮਿੱਟੀ ਵਿੱਚ ਰੋਲ ਲਓ, ਰਹਿਣਾ ਇੱਕ ਦਿਨ ਮਿੱਟੀ ਨੇ ਮਿੱਟੀ ਹੀ ਹੈ। ਮਿੱਟੀ ਦੀ ਕੀਮਤ ਨਹੀਂ ਵਧਦੀ, ਮਿੱਟੀ 'ਚ ਜੰਮਿਆ, ਮਿੱਟੀ ਵਿੱਚ ਮਿਲ ਜਾਣਾ। ਇਸੇ ਕਰਕੇ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਪਰ ਕਹਿੰਦੇ ਇੱਥੇ ਮਰਦ ਵੇਖ ਰਹੇ ਆ ਵੀ ਸਮਾਜ ਕਿੱਥੋਂ ਤੱਕ ਨਿਗਰਿਆ ਹੋਇਆ ਹੈ। ਕੀ ਕੁਝ ਲੋਕਾਂ ਨੇ ਰਸਮਾਂ ਨੂੰ ਧਰਮ ਦੇ ਨਾਲ ਜੋੜਿਆ ਏ। ਭੂਖਨ ਭੂਖਤ ਹੈ ਤਨ ਮੈਂ, ਕਰ ਛਾਪ ਸ਼ਲਾਇਨ ਸੋ ਰੰਗਨਾ। ਇੱਥੇ ਭਾਈ ਸੰਤੋਖ ਸਿੰਘ ਦੱਸ ਰਹੇ ਨੇ, ਕਹਿੰਦੇ ਉਹਨਾਂ ਔਰਤਾਂ ਦੇ ਹੱਥ ਛੱਲਿਆਂ ਨਾਲ ਭਰੇ ਆ, ਗਹਿਣਿਆਂ ਨਾਲ ਭਰੇ ਆ। ਰੱਬ ਯਾਦ ਆ ਕਿਸੇ ਨੂੰ? ਜਿਹੜਾ ਬੰਦਾ ਬਹੁਤ ਰੱਬ ਦੀਆਂ ਗੱਲਾਂ ਕਰਦਾ, ਸੱਚੀ ਗੱਲ ਹੈ ਜੀ, ਭਾਵੇਂ ਗੁਰਦੁਆਰੇ ਬੈਠੇ ਹੋਣ ਲੋਕ, ਉਦੋਂ ਦੀ ਫੋਟੋ ਖਿੱਚ ਲਓ, ਕਥਾ ਕੀਰਤਨ ਸੁਣਦੇ ਆਂ ਦੀ, ਤੇ ਜਦ ਫਿਰ ਬੋਲੀਆਂ ਪੈਂਦੀਆਂ, ਡੀਜੇ ਤੇ ਨੱਚਦੇ ਆ, ਇੱਕ ਵੀਡੀਓ ਉਦੋਂ ਬਣਾ ਲਓ, ਇਕੱਠੀਆਂ ਜੋੜ ਲਓ। ਵੀ ਹੁਣ ਦੱਸੋ ਇਹਨਾਂ ਚੋਂ ਗੁਰਮੁਖ ਪਿਆਰਾ ਕੌਣ ਹੈ? ਕਿੰਨਾ ਕਸਰ ਹੈ ਜੀਵਨ ਤੇ ਜਦੋਂ ਵਿਆਹ ਹੋਵੇ ਨਾ, ਚਾਹੇ ਗਵਾਂਢੀ ਦਾ ਹੀ ਹੋਏ, ਧਰਤੀ ਤੇ ਪੈਰ ਨਹੀਂ ਲੱਗਦੇ। ਬੰਦਾ ਰੱਬ ਨੂੰ ਭੁੱਲਿਆ ਫਿਰਦਾ ਹੁੰਦਾ ਹੈ। ਇੰਨਾ ਹੰਕਾਰਿਆ ਤੇ ਆਪਰਿਆ, ਬਸ ਮੈਂ ਹੀ ਤੋਂ ਪੰਜ ਮੈਂ ਹੀ ਚੱਲਣਾ, ਜਮਾਨਾ ਮੈਨੂੰ ਹੀ ਦੇਖ। ਉਹਨਾਂ ਸਮਿਆਂ ਦੀਆਂ ਔਰਤਾਂ ਇਸ ਘੁਮੰਡ ਵਿੱਚ ਨੇ, ਇਸ ਮਾਣ ਵਿੱਚ ਨੇ ਵੀ ਸਾਡੇ ਸੋਹਣੇ ਰੂਪ ਨੇ, ਸਾਡੀਆਂ ਸੋਹਣੀਆਂ ਆਵਾਜ਼ਾਂ ਨੇ। ਪਰ ਗੁਰੂ ਸਾਹਿਬ ਇਸ ਚੀਜ਼ ਨੂੰ ਕੀ ਦਰਸਾਉਂਦੇ ਆ? ਸਤਿਗੁਰਾਂ ਨੇ ਉਹ ਫਿਰ ਸਾਰਾ ਕੁਝ ਸੁਣਾਇਆ ਭਾਈ ਬਾਲੇ ਨੂੰ ਬਾਅਦ ਵਿੱਚੋਂ, ਤੇ ਭਾਈ ਬਾਲਾ ਜੀ ਨੇ ਲਿਖਾਇਆ। ਮਰਦ ਕਹਿੰਦੇ ਚਾਰੇ ਪਾਸੇ ਕਾਮਦੇਵ ਦਾ ਰੂਪ ਸੀ। ਇਹ ਕੀ ਸੀ? ਹੋਰ ਕਲਯੁਗ। ਕਲਯੁਗ ਤੋਂ ਬਚਣਾ ਕਿਵੇਂ ਹੈ? ਜਿਹੋ ਜਿਹਾ ਜਨਮ ਪਰਮਾਤਮਾ ਨੇ ਰੂਪ ਵਿੱਚ ਦਿੱਤਾ ਨਾ, ਉਹੋ ਜਿਹਾ ਹੀ ਰਹੋ। ਬਹੁਤੀਆਂ ਲਿਪਾਂ ਪੋਚੀਆਂ ਤੋਂ ਬਚੀਏ ਤੇ ਫਿਰ ਕਲਯੁਗ ਤੋਂ ਦੂਰ ਰਹਿਣਾ ਕੰਮ ਹੈ। ਆ ਜਿੰਨੀਆਂ ਪਾਲਿਸ਼ਾਂ ਨੇ ਆਰਟੀਫਿਸ਼ਲ ਹੈ, ਜੋ ਜ਼ਮਾਨੇ ਦਾ ਚੱਲਦਾ, ਕੀ ਹੈ? ਇੱਕ ਭਰਮ ਹੈ, ਇੱਕ ਵਹਿਮ ਹੈ। ਜਿਸ ਵਹਿਮ ਦੇ ਵਿੱਚ ਅਸੀਂ ਆਪਣੇ ਆਪ ਨੂੰ ਮਹਾਨ ਸਮਝਦੇ ਹਾਂ, ਜਦ ਕਿ ਸਮਝਣਾ ਸੀ ਰੱਬ ਨੂੰ। ਕਹਿੰਦੇ ਜਿੰਨੇ ਲੋਕ ਇੱਥੇ ਆਏ ਹੋਏ ਨੇ, ਕਿਸ ਨੂੰ ਰੱਬ ਚੇਤੇ ਨਹੀਂ ਸੀ, ਰੱਬ ਯਾਦ ਹੀ ਨਹੀਂ। ਇੱਕ ਦੂਜੇ ਤੋਂ ਉੱਚੀਆਂ ਸੁਰਾਂ ਲਾ ਕੇ ਉਹ ਗੀਤ ਗਾਉਂਦੀਆਂ ਨੇ। ਸੀਸ ਬਦਸਰ ਪੀਚ ਫਬੇ, ਸ਼ਬ ਚਾਹੋ ਬਿਲੋਕਤ ਹੈ ਅੰਗਣਾ। ਹੁਣ ਜਦੋਂ ਸਤਿਗੁਰਾਂ ਦੇ ਵਟਣਾ ਮਲ ਦਿੱਤਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਠ ਕੇ ਗਏ, ਨਾਲ ਦੀ ਨਾਲ ਇਸ਼ਨਾਨ ਕਰ ਲਿਆ। ਦੁਨੀਆ ਨਹੀਂ ਕਰਦੀ, ਲੋਕਾਂ 'ਚ ਭਰਮ ਪਾਇਆ ਜਾਂਦਾ ਵੀ ਤੂੰ ਵਟਣਾ ਲਾਇਆ, ਅੱਜ ਤੂੰ ਏਦਾਂ ਹੀ ਸੋਣਾ, ਨਹਾਉਣਾ ਨਹੀਂ। ਪਤਾ ਨਹੀਂ ਕਿਹੋ ਜਿਹੇ ਭਰਮ। ਹਰ ਭਰਮ ਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਵੀ ਇਹ ਵੀ ਧਰਮ ਦੀ ਰੀਤ ਹੈ, ਇਹ ਵੀ ਮਰਿਆਦਾ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਠੇ ਆ ਕੇ ਉਹਨਾਂ ਨੇ ਇਸ਼ਨਾਨ ਕਰ ਲਿਆ, ਸੋਹਣੀ ਦਸਤਾਰ ਸਜਾਈ, ਸੋਹਣਾ ਚੋਲਾ ਪਾਇਆ ਏ। ਰੂਪਮ ਕੰਦ ਆਨੰਦ ਕੀ ਕੰਦ, ਬਣਿਆ ਮੁਖ ਚੰਦ ਕਲੰਕ ਬਿਨਾ। ਹੁਣ ਸਤਿਗੁਰਾਂ ਦਾ ਰੂਪ ਵੇਖ ਹਰ ਕੋਈ ਹੈਰਾਨ ਹੁੰਦਾ ਹੈ। ਕਹਿੰਦੇ ਚੰਦਰਮਾ ਨੂੰ ਤੇ ਫੇਰ ਵੀ ਕਲੰਕ ਹੈ, ਗੁਰੂ ਸਾਹਿਬ ਦਾ ਮੁਖੜਾ ਬੜਾ ਹੁਸੀਨ ਹੈ। ਨਾਨਕੇ ਆ ਗਏ ਕੋਲੇ, ਕਹਿੰਦੇ ਪੁੱਤਰ ਤੈਨੂੰ ਹਲਦੀ ਲਾਈ ਸੀ, ਵਟਣਾ ਲਾਇਆ, ਤੂੰ ਨਹਾ ਵੀ ਲਿਆ। ਮਰਦ ਕਹਿੰਦੇ ਜੇ ਮੈਂ ਨਾ ਨਹਾਉਂਦਾ ਫਿਰ ਕੀ ਹੋ ਜਾਂਦਾ? ਫਿਰ ਸਤਨਾਮ ਇਹ ਬੈਨੀਫਿਟ ਦੱਸਣਾ ਚਾਹੀਦਾ ਜੀ, ਵੀ ਜੇ ਇਹ ਲੱਗਦਾ ਹੀ ਨਾ, ਵਿਆਹ ਨਹੀਂ ਸੀ ਹੋਣਾ। ਦੱਸੋ ਜੀ, ਜਿਨ੍ਹਾਂ ਦੇ ਵਟਣੇ ਲੱਗੇ ਆ ਜਾਂ ਜਿਨ੍ਹਾਂ ਦੇ ਨਹੀਂ ਲੱਗੇ, ਉਹਨਾਂ ਦੇ ਰਿਸ਼ਤੇ ਚੱਲਦੇ ਕਿ ਨਹੀਂ ਚੱਲਦੇ? ਇਹ ਛੋਟੀਆਂ ਜਿਹੀਆਂ ਗੱਲਾਂ ਹੁੰਦੀਆਂ। ਕਈ ਵਾਰ ਛੋਟੀਆਂ ਗੱਲਾਂ ਵੱਡੇ ਰੌਲੇ ਬਣ ਜਾਂਦੀਆਂ। ਗੁਰੂ ਸਾਹਿਬ ਨੇ ਸਪਸ਼ਟ ਇੱਕੋ ਗੱਲ ਪੁੱਛੀ ਹੈ ਵੀ ਮੈਨੂੰ ਇਹਦਾ ਲਾਭ ਦੱਸ ਦਿਓ, ਲਾਇਆ ਤਾਂ ਕੀ ਹੋਊ, ਜੇ ਨਹੀਂ ਲਾਵਾਂਗੇ ਤਾਂ ਫਿਰ ਕੀ ਹੋਏਗਾ? ਭਰੀ ਸੁੰਦਰਤਾ ਬੋ ਸੀਸ ਕਰੀਟ, ਸੁਹਾਵਤ ਲਾਲ ਚੁਨੀ ਸੋ ਹਰੀ। ਹੁਣ ਬੀਬੀ
ਲਾਲ ਹਰੀਆਂ ਚੁੰਨੀਆਂ ਲੈ ਕੇ ਬੈਠੀਆਂ। ਭਾਈ ਸਾਹਿਬ ਦੱਸ ਰਹੇ ਆ, ਕਹਿੰਦੇ ਉਹ ਸਵਾਲ ਕਰਦੀਆਂ ਨੇ, ਕਹਿੰਦੇ ਪੁੱਤਰ ਵਟਣਾ ਲਾਏ ਤੋਂ ਚਿਹਰਾ ਸੋਹਣਾ ਹੋ ਜਾਂਦਾ ਹੈ। ਹੱਸਦੇ ਮਰਦ ਕਹਿੰਦੇ ਸੁਹੱਪਣਤਾ ਕਿੰਨੇ ਸਮੇਂ ਰਹੂਗੀ, ਕਿੰਨੀ ਕੁ ਦੇਰ ਰਹੂਗੀ? ਜਦ ਲੌਜ਼ਿਕ ਕੋਈ ਨਾ ਮਿਲਿਆ ਫਿਰ ਇਹੀ ਗੱਲ ਕਹਿਣੀ ਸੀ ਵੀ ਤਾਂ ਲਾਇਆ ਜਾਂਦਾ, ਬੰਦਾ ਚਮਕ ਦਮਕ ਰਹਿੰਦਾ, ਗੋਰਾ ਹੋ ਜਾਂਦਾ, ਸੋਹਣਾ ਲੱਗਦਾ ਹੈ। ਕਿ ਵਿਆਹ ਵੇਲੇ ਸੋਹਣਾ ਲਾਉਣਾ ਜੀ, ਜਦੋਂ ਸ਼ਗਨ ਪਾਇਆ ਸੀ ਅਗਲੇ ਨੇ ਉਦੋਂ ਵੀ ਵੇਖਿਆ ਵੀ ਮੁੰਡਾ ਗੋਰਾ ਕਿੱਦਾਂ। ਅੱਜ ਕਿਉਂ ਹੈ ਸਾਰਾ ਕੁਝ? ਸਿਰਫ ਇੱਕ ਭਰਮ ਸੀ, ਇੱਕ ਵਹਿਮ ਸੀ। ਸਤਿਗੁਰ ਕਹਿੰਦੇ ਨਹੀਂ, ਚਿਹਰਿਆਂ ਨੂੰ ਸੋਹਣਾ ਬਣਾਇਆ ਕੁਝ ਨਹੀਂ ਹੋਣਾ, ਸੋਹਣਾ ਹਿਰਦਾ ਹੋਣਾ ਚਾਹੀਦਾ। ਆਖੋ ਸਤਿਨਾਮ। ਤੁਹਾਡੇ ਗੁਣ, ਤੁਹਾਡਾ ਆਚਰਣ, ਤੁਹਾਡਾ ਸੁਭਾਅ ਚੰਗਾ ਹੋਵੇ ਤੇ ਚਿਹਰਾ ਨਹੀਂ ਮੈਨੇ ਰੱਖਦਾ। ਚਿਹਰਾ ਜਿੰਨਾ ਮਰਜ਼ੀ ਸੋਹਣਾ ਹੋਵੇ, ਜੇ ਮੂੰਹ ਜ਼ੁਬਾਨ ਚੋਂ ਬੋਲ ਹੀ ਇਹੋ ਜਿਹੇ ਅੰਗਿਆਰ ਵਰਗੇ ਕੱਢਣੇ ਆ ਤੇ ਤੁਹਾਡਾ ਚਿਹਰਾ ਜ਼ੀਰੋ ਹੋ ਜਾਂਦਾ ਹੈ। ਸਤਿਗੁਰ ਕਹਿੰਦੇ ਭਾਈ ਚਿਹਰਾ ਸੂਰਤ ਦਾ ਬਣਾਓ, ਅੰਦਰੋਂ ਆ ਬਾਹਰਲੀਆਂ ਸੂਰਤਾਂ ਨੂੰ ਚਮਕਾਉਣ ਦਾ ਫਾਇਦਾ ਕੋਈ ਨਹੀਂ। ਇਹਨਾਂ ਚੀਜ਼ਾਂ ਦੇ ਨਾਲ ਮਨ ਤਣਾਅ ਵਿੱਚ ਆਉਂਦਾ ਹੈ, ਮਨ ਨੂੰ ਟਿਕਾ ਨਹੀਂ ਮਿਲਦਾ। ਹਰੀ ਲੋਕਨ ਬੁੱਧ ਬਿਲੋਕਤ ਆਨਨ ਲੋਚਨ ਢੀਠ ਕਹੂੰ ਨਾ ਠਰੀ। ਹੁਣ ਸਤਿਗੁਰ ਜੀ ਜਿਹਦੇ ਵੱਲ ਵੇਖਦੇ ਨੇ, ਕਹਿੰਦੇ ਮਨ ਚੁਰਾ ਲੈਂਦੇ ਨੇ ਉਹਦਾ। ਹਰੇਕ ਕੋਈ ਪ੍ਰਭਾਵਿਤ ਹੋ ਜਾਂਦਾ ਕਿਉਂਕਿ ਸਾਦਗੀ ਚ ਰਹਿੰਦੇ ਨੇ, ਬੰਦਗੀ ਬੜੀ ਹੈ, ਸਿਮਰਨ ਬੜਾ ਹੈ, ਰੱਬ ਰੂਪ ਨੇ। ਪਰ ਸਪਸ਼ਟ ਗੱਲ ਕਹਿੰਦੇ ਨੇ ਭਾਈ ਬਾਲਿਆ, ਇਹਨਾਂ ਕਰਮਾਂ ਕਾਂਡਾਂ ਵਿੱਚ ਕੁਝ ਨਹੀਂ ਰੱਖਿਆ। ਇਹ ਕਰਮ ਕਾਂਡ ਮਨੁੱਖ ਨੂੰ ਰੱਬ ਤੋਂ ਦੂਰ ਲੈ ਜਾਂਦੇ ਨੇ, ਇਹ ਇੱਕ ਭਰਮ ਨੇ। ਹੁਣ ਜੇ ਕੋਈ ਆਖੇ ਜੀ ਵੀ ਇਹ ਮਰਿਆਦਾ ਹੁੰਦੀ ਵਿਆਹ ਦੀ, ਫਿਰ ਗੋਰਿਆਂ ਦੇ ਵਿਆਹ ਕਿਵੇਂ ਹੁੰਦੇ ਆ? ਉੱਥੇ ਜਾ ਕੇ ਵੇਖੋ ਉਹਨਾਂ ਦੇ ਕਿੱਦਾਂ ਚੱਲਦੇ ਆ। ਇਹ ਕਰਿੰਗ ਸੈਰਾਮਨੀ ਆ, ਸਾਰਾ ਕੁਛ ਹੀ, ਨਾ ਕਿਸੇ ਨੇ ਵਟਣਾ ਲਾਇਆ, ਨਾ ਕੋਈ ਬਰਾਤ, ਨਾ ਕੋਈ ਜਾਗੋ। ਨਿਕਲੀ ਕਦੇ ਗੋਰਿਆਂ ਦੀ ਜਾਗੋ ਵੇਖੀ ਕਿਸੇ ਨੇ? ਉਹ ਕਿਹਦੇ ਵਾਸਤੇ? ਇਸਲਾਮ ਵਾਲੇ ਪਾਸੇ ਆ ਜੋ ਗੱਲਾਂ ਹੀ ਦੋ ਤਿੰਨ ਨੇ, ਕਬੂਲ ਹੈ ਕਬੂਲ ਹੈ ਕਬੂਲ ਹੈ, ਤੇ ਸਾਡੇ ਵਾਲਿਆਂ ਦਾ ਸਾਰਾ ਕੁਝ ਹੀ ਫਜ਼ੂਲ। ਆਖੋ ਸਤਿਨਾਮ। ਬਸ ਚਾਰ ਲਾਵਾਂ ਅਸਲ ਵਿਆਹ ਏ, ਉਹ ਕਿਸੇ ਨੂੰ ਨਹੀਂ ਪਤਾ। ਉਹ ਕਹਿੰਦੇ ਬਾਬਾ ਜੀ 15 ਮਿੰਟ ਲਾਓ ਨਿਬੇੜੋ ਕੰਮ ਜੀ, ਬਸ ਉੱਥੇ ਪ੍ਰੋਗਰਾਮ ਲੱਗਣ ਵਾਲਾ ਹੈ। ਵਿਆਹ ਦੇ 15 ਮਿੰਟਾਂ ਵਾਲਾ ਭਾਈ, ਫਿਰ 15 ਕੁ ਮਹੀਨੇ ਰਹੂਗੀ ਅਗਲੀ। ਜੇ ਵਿਆਹ ਵੇਲੇ ਕਾਹਲੀ ਕੀਤੀ, ਮਰਿਆਦਾ 'ਚ ਨਹੀਂ ਰਹਿਣਾ, ਗੁਰੂ ਦਾ ਡਰ ਹੈ ਹੀ ਨਹੀਂ ਕੋਈ ਰੱਖਣਾ। ਤੇ ਅੱਗੇ ਮੇਰੇ ਵਰਗੇ ਨੂੰ 500 ਦਾ ਪੱਤਾ ਫੜਾਇਆ ਹੁੰਦਾ, ਉਹ ਕੋਕੇ ਜੜੀ ਜਾਂਦਾ। ਗੁਰਮੁਖ ਪਰਿਵਾਰ ਸੱਚੇ ਪਾਤਸ਼ਾਹ ਦੀ, ਨਾ ਦਾੜੀ ਨਾ ਮੁੱਛ, ਨਾ ਲੈਣ ਨਾ ਦੇਣ, ਪੈਗ ਲੱਗੇ ਹੁੰਦੇ ਸਾਰਿਆਂ ਦੇ, ਤੇ ਮੇਰੇ ਵਰਗਾ ਖੜਾ 500 ਬੋਲਦਾ ਹੁੰਦਾ ਅੰਦਰ ਜੀ, ਗੁਰਮੁਖ ਪਰਿਵਾਰ ਹੈ ਸੱਚੇ ਪਾਤਸ਼ਾਹ ਜੀ, ਚੂੜੀ ਨੂੰ ਚਰਨਾਂ ਨਾਲ ਜੋੜ ਕੇ ਰੱਖੇ। ਗੱਲਾਂ ਕਿਹੋ ਜਿਹੀ ਕਰਦੇ ਆ ਅਸੀਂ? ਕਿਤੇ ਨਾ ਕਿਤੇ ਸਾਡੇ ਵਿੱਚ ਵੀ ਕਮੀਆਂ ਨੇ। ਪਰ ਉਹਨਾਂ ਸਮਿਆਂ 'ਚ ਮਰਦ ਨੇ ਸਪਸ਼ਟ ਕਹਿ ਦਿੱਤਾ, ਕਹਿੰਦੇ ਇਹ ਰੂਪ ਸਦਾ ਨਹੀਂ ਰਹਿੰਦੇ, ਸਦਾ ਨਹੀਂ ਰਹਿੰਦੇ। ਕੋਈ ਸਮਾਂ ਹੁੰਦਾ ਹੈ ਜਦੋਂ ਬੰਦਾ ਬੁੱਢਾ ਹੋ ਜਾਂਦਾ ਨਾ। ਚਲੋ ਪੁਰਾਣੇ ਸਮੇਂ 'ਚ ਤੇ ਕਿੱਥੇ ਸੀ, ਵਿਆਹ ਵਾਲੀ ਐਲਬਮ ਜੀ ਦੇਖ ਕੇ ਬੰਦਾ ਝੁਰਦਾ ਰਹਿੰਦਾ, ਯਾਰ ਮੈਂ ਇੰਨਾ ਸੋਹਣਾ ਸੀ ਉਦੋਂ, ਇਹੋ ਜਿਹਾ ਸੀ। ਹੁਣ ਕੀ ਹੋਇਆ? ਹੁਣ ਜੋ ਮਰਜ਼ੀ ਕਰੀ ਚੱਲ, ਮਾਡਲ ਭਾਈ ਛਪਣਾ ਨਹੀਂ। ਜਿੰਨੀ ਮਰਜ਼ੀ ਡੇਂਟਿੰਗ ਪੇਂਟਿੰਗ ਕਰਾ ਲਈ, ਪਤਾ ਲੱਗਦਾ ਵੀ 1960-62 ਤੋਂ ਬਾਅਦ ਇਹ ਮਾਡਲ ਹੀ ਨਹੀਂ ਆਇਆ। ਆਖੋ ਸਤਿਨਾਮ। ਜਿੰਨਾ ਮਰਜ਼ੀ ਤੂੰ ਘਰੋਂ ਪਾਈ ਚੱਲ, ਉਸ ਮੌਤ ਨੂੰ ਭੁਲੇਖਾ ਨਹੀਂ ਪਾ ਸਕਦਾ। ਇੱਕ ਮਨ ਤੇ ਲੋੜ ਹੈ, ਇੱਕ ਦਬਾਅ ਹੈ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਦੇ ਆ, ਹਿਰਦਾ ਸੋਹਣਾ ਹੋਣਾ ਚਾਹੀਦਾ। ਤੇ ਸੱਚੀ ਹਿਰਦਾ ਸੋਹਣਾ ਸੀ। ਜਿਨ੍ਹਾਂ ਦਾ ਹਿਰਦਾ ਸੋਹਣਾ ਸੀ ਤਾਂ ਹੀ ਸਭ ਪ੍ਰਭਾਵਿਤ ਹੁੰਦੇ ਸੀ। ਬਾਕੀ ਬਰਾਤੀਆਂ ਦੇ ਨਾਲੋਂ ਗੁਰੂ ਸਾਹਿਬ ਜ਼ਿਆਦਾ ਸੋਹਣੇ ਲੱਗਦੇ ਆ, ਕਿਉਂਕਿ ਸਾਦਗੀ ਇੱਕ ਗਹਿਣਾ ਹੈ। ਸਾਦਗੀ ਹਮੇਸ਼ਾ ਹੀ ਗਹਿਣਾ ਹੁੰਦੀ ਹੈ। ਜੋ ਰੱਬ ਨੇ ਸਾਦਗੀ ਦਿੱਤੀ ਹੈ ਨਾ, ਕਿੰਨੀ ਸੋਹਣੀ ਹੈ। ਆ ਕੁਦਰਤ ਦੇ ਪੰਛੀਆਂ ਨੂੰ ਉਹਨੇ ਸਾਦਗੀ ਦਿੱਤੀ, ਉਹ ਕਿੰਨੇ ਸੋਹਣੇ ਲੱਗਦੇ, ਰੰਗ ਉਹਦੇ ਦਿੱਤੇ ਹੋਏ ਆ ਨਾ। ਜੋ ਆਰਟੀਫਿਸ਼ਲ ਹੈ, ਸਵੇਰੇ ਲੋਕਾਂ ਦੇ ਮੂੰਹ ਵੇਖਿਆ ਕਰੋ ਉੱਠ ਕੇ, ਜਿਵੇਂ ਬਿੱਲੀ ਨੇ ਚੱਟੇ ਹੁੰਦੇ ਆ, ਦਿਨ 'ਚ ਤਾਂ ਇੰਨੇ ਸੋਹਣੇ ਬਣੇ ਫਿਰਦੇ ਹੁੰਦੇ, ਮਿੱਟੀਆਂ ਜੀਆਂ ਲਾ ਲਾ ਕੇ ਵੀ ਪਤਾ ਨਹੀਂ ਕੀ ਹੈ। ਇੱਕ ਭਰਮ ਹੀ ਹੈ, ਦਿਖਾਵਾ ਹੀ ਹੈ ਨਾ, ਸੱਚ ਦੇ ਨਹੀਂ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਆ, ਕੋਠੇ ਚੜ੍ਹ ਕੇ ਵੀ ਨੱਚ ਲੈਂਦੇ ਨੇ। ਉਹ ਕਹਿੰਦੇ ਜਿਹੋ ਜੇ ਹਾਂ ਐਜ਼ ਇਟ ਇਜ਼, ਹਾਂ ਸਾਹਮਣੇ। ਗੁਰੂ ਨਾਨਕ ਸਾਹਿਬ ਦੇ ਬਚਨ ਕਹਿੰਦੇ ਇੱਥੇ ਬੈਠੇ ਬ੍ਰਾਹਮਣਾਂ ਨੂੰ ਸਮਝ ਆਉਣ ਲੱਗੇ ਵੀ ਗੱਲਾਂ ਗਹਿਰੀਆਂ ਨੇ। ਅਸਲ ਧਰਮ ਤੇ ਇਹੀ ਸਿਖਾਉਂਦਾ ਹੈ। ਰੱਬ ਨਾਲ ਜੁੜਨ ਦਾ ਫਾਇਦਾ ਕੀ ਹੈ? ਵੀ ਤੁਸੀਂ ਜਿਹੋ ਜੇ ਆਏ ਸੀ ਦੁਨੀਆ ਤੇ, ਉਹੋ ਜਿਹਾ ਰਹਿ ਕੇ ਵਿਖਾਓ। ਪੱਲੇ ਤੇ ਮੇਰੇ ਕੱਖ ਨਹੀਂ ਵਿਖਾਉਂਦਾ ਫਿਰਦਾ ਮੈਂ, ਮੇਰੇ ਵਰਗਾ ਮਹਾਨ ਗੁਣ ਕਿਸੇ 'ਚ ਨਹੀਂ। ਬੋਲਣ ਦਾ ਮੈਨੂੰ ਪਤਾ ਨਾ ਹੋਵੇ ਤੇ ਲੋਕਾਂ ਸਾਹਮਣੇ ਮੈਂ ਸ਼ਬਦਾਂ ਦੀ ਸਫਾਈ ਦੇਵਾਂ, ਕੋਈ ਫਾਇਦਾ ਹੈ? ਅੰਦਰ ਮੇਰੇ ਨਫ਼ਰਤ ਹੋਵੇ ਤੇ ਬਾਹਰੋਂ ਮੈਂ ਹਾਂਜੀ ਹਾਂਜੀ ਕਰਾਂ, ਉਹਦਾ ਕੀ ਲਾਭ ਹੈ? ਕਪਟ ਹੈ। ਗਰੀਬ ਨਵਾਜ਼ ਕਹਿੰਦੇ ਅੰਦਰੋਂ ਬਾਹਰੋਂ ਇੱਕ ਹੋ ਜਾ, ਇਹੀ ਤੇਰੀ ਮੁਹੱਬਤ ਹੈ, ਇਹੀ ਤੇਰਾ ਸੁਹੱਪਣ ਹੈ। ਤਰੀ ਆਪਦ ਤਾਂ ਨਰ ਕੀ ਸਗਰੀ, ਜਿਨ ਮੂਰਤ ਸੋ ਔਰ ਮਾਹੀ ਤਰੀ। ਹੁਣ ਸਤਿਗੁਰਾਂ ਦੇ ਵਿਆਹ ਦੀ ਖਬਰ ਜਦੋਂ ਮੋਦੀ ਖਾਨੇ ਦੇ ਲੋਕਾਂ ਨੂੰ ਪਤਾ ਲੱਗੀ, ਜਿਹੜੇ ਮੰਗਣ ਆਉਂਦੇ ਸੀ,
ਰੱਬ ਸਬੱਬੀ ਉਹ ਵੀ ਆ ਗਏ, ਕਹਿੰਦੇ ਜਿਹੜੇ ਸਾਨੂੰ ਉੱਥੇ ਇੰਨਾ ਕੁਛ ਬਖਸ਼ਦੇ ਆ, ਘਰੇ ਵੀ ਕੁਛ ਦੇਣਗੇ, ਨਾ ਵੀ ਦੇਣ ਦਰਸ਼ਨ ਕਰਨ ਚੱਲੀਏ। ਪਿਤਾ ਵੇਖਦੇ ਆ ਵੀ ਪਿੰਡ ਰਹਿੰਦਾ ਸੀ, ਉੱਥੇ ਵੀ ਫਕਰ ਫਕੀਰ ਇਕੱਠੇ ਕਰੀ ਰੱਖਦਾ ਸੀ, ਇੱਥੇ ਵੀ ਆਹੀ ਕੰਮ ਸ਼ੁਰੂ ਕਰ ਲਿਆ। ਧਰੀ ਅੰਗਨ ਮੈਂ ਸੁਖਮਾ ਸੁਖ ਕੀ, ਜਗ ਕੋਮਲਤਾ ਬਚ ਬੀਚ ਪਰੇ। ਉਹਨਾਂ ਪੀਰਾਂ ਫਕੀਰਾਂ ਨਾਲ ਸਤਿਗੁਰ ਜੀ ਬੜੇ ਕੋਮਲ ਕੋਮਲ ਬਚਨ ਬੋਲਦੇ ਨੇ, ਬੜਾ ਪਿਆਰ, ਬੜੀ ਮੁਹੱਬਤ, ਬੜਾ ਇਜ਼ਹਾਰ ਕਰਦੇ ਨੇ। ਉਹ ਪੈਸੇ ਵਾਲੇ ਦੀ ਖੁਸ਼ਾਮਦ ਤੇ ਹਰ ਕੋਈ ਕਰ ਲੈਂਦਾ ਹੈ। ਸਵਾਦ ਹੀ ਉਦੋਂ ਆਉਂਦਾ ਜਦੋਂ ਆਪ ਤੋਂ ਨੀਵੇਂ ਨੂੰ ਬੰਦਾ ਵੱਡਾ ਰੁਤਬਾ ਦੇਵੇ, ਪਿਆਰ ਦੇਵੇ, ਇਹਨੂੰ ਬੜਾਪਣ ਕਹਿੰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲੋਕਾਂ ਨਾਲ ਉੱਠਦੇ ਬੈਠੇ ਸੀ ਜਿਨ੍ਹਾਂ ਨੂੰ ਸਮਾਜ ਕਹਿੰਦਾ ਸੀ ਗਰੀਬ ਨੇ, ਇਹ ਛੋਟੇ ਨੇ, ਪਰ ਸਤਿਗੁਰੂ ਉਹਨਾਂ ਨਾਲ ਬੈਠੇ ਸੀ। ਬਾਣੀ ਦਾ ਬਚਨ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਆਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਮਰਦ ਕਹਿੰਦੇ ਵੱਡਿਆਂ ਦੀ ਕੀ ਰੀਸ ਕਰਨੀ ਹੈ, ਉਹ ਤੇ ਖੁਸ਼ੀਆਂ ਖਰੀਦ ਲੈਣਗੇ, ਉਹਨਾਂ ਨੂੰ ਖੁਸ਼ੀਆਂ ਸਾਂਝੀਆਂ ਕਰੀਏ ਜਿਨ੍ਹਾਂ ਦੇ ਕੋਲ ਖੁਸ਼ੀਆਂ ਦਾ ਕੋਈ ਸਹਾਰਾ ਨਹੀਂ। ਗਰੀਬਾਂ ਨੂੰ ਮਰਦ ਨੇ ਆਪ ਦਾਨ ਦਿੱਤਾ ਜੀ, ਆਪ ਮਠਿਆਈਆਂ ਵੱਡੀਆਂ ਪਦਾਰਥ ਦਿੱਤੇ ਨੇ, ਇਹ ਆਸ ਕਰਕੇ ਆਏ ਨੇ, ਇਹ ਖੁਸ਼ ਹੋ ਕੇ ਇੱਥੋਂ ਜਾਵਣ। ਛੋਟੇ ਨਿਸ਼ਾਨ ਧਰੇ ਦਰਬਾਜਤ, ਆਵਤ ਜਾਵਤ ਲੀਤ ਹੈ ਕੋਈ। ਹੁਣ ਇੱਥੇ ਦਰਵਾਜ਼ਿਆਂ ਤੇ ਵੱਡੇ ਵੱਡੇ ਨਿਸ਼ਾਨ ਲਾਏ ਗਏ, ਖੁਸ਼ੀਆਂ, ਕੇਸਰੀ ਝੰਡੇ ਝੁਲਾਏ ਗਏ। ਉਹਨਾਂ ਸਮਿਆਂ 'ਚ ਕੇਸਰੀ ਨਿਸ਼ਾਨ ਜਿਹੜੇ ਹੁੰਦੇ ਸੀ ਖੁਸ਼ੀ ਦੇ ਪ੍ਰਤੀਕ ਹੁੰਦੇ ਸੀ, ਚਿੱਟੇ ਤੇ ਕੇਸਰੀ। ਇਹ ਲੋਕਾਂ ਦੇ ਆਮ ਲਾਉਣੇ ਵਿਆਹਾਂ ਦੇ ਵਿੱਚ, ਕਹਿੰਦੇ ਝੰਡੇ ਲਾਏ ਗਏ, ਦਰਵਾਜ਼ਿਆਂ ਤੇ ਚੋਬਾਂ ਵੱਜਦੀਆਂ ਨੇ, ਢੋਲੀ ਖੜੇ ਢੋਲ ਵਜਾਉਂਦੇ ਆ। ਪੂਰੇ ਸੁਲਤਾਨਪੁਰ ਲੋਧੀ ਦੇ ਲੋਕ ਇਸ ਘਰ ਵਿੱਚ ਆ ਕੇ ਢੁਕਦੇ ਨੇ। ਕਹਿੰਦੇ ਘਰ ਦਾ ਮਾਹੌਲ ਬੜਾ ਖੁਸ਼ਨਸੀਬ ਬਣਿਆ ਹੋਇਆ ਹੈ। 2 ਆਉਂਦੇ ਆ, 4 ਜਾਂਦੇ ਆ, ਭੀੜਾਂ ਲੱਗੀਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਘਰ ਵੀ ਮੋਦੀਖਾਨਾ ਹੀ ਬਣਾਇਆ ਹੋਇਆ ਹੈ। ਉਹ ਜਿੱਥੇ ਬਹਿੰਦੇ ਨੇ ਬਸ ਲੋੜਵੰਦ ਗਰੀਬਾਂ ਦਾ ਸਹਾਰਾ ਬਣ ਜਾਂਦੇ ਨੇ। ਆਤ ਕਮਾਈ ਕੋ ਕਾਲੂ ਵਿਬਲੋਕ, ਵਿਸਾਲ ਉਧਾਰ ਰਿਦਾ ਬਹੁ ਦੇ। ਹੁਣ ਪਿਤਾ ਜੀ ਇੰਨੇ ਖੁਸ਼ ਨੇ, ਉਹ ਆਪਣੇ ਪੁੱਤ ਦੀ ਮਹਿਮਾ ਕਰਦੇ ਫਿਰਦੇ, ਕਹਿੰਦੇ ਪੁੱਤ ਮੇਰਾ ਬੜੀ ਵੱਡੀ ਕਮਾਈ ਕਰਦਾ ਜੀ, 3000 ਕਮਾ ਲਿਆ। ਬਾਪੂ ਇਸੇ 'ਚ ਖੁਸ਼ ਹੈ ਵੀ ਪੁੱਤ ਨੇ ਕਮਾਈ ਕਰ ਲਈ, ਪਰ ਪਿਤਾ ਨੇ ਕਦੇ ਨਹੀਂ ਵੇਖਿਆ ਪੁੱਤ ਦੇ ਸੰਸਕਾਰ ਕਿਹੋ ਜਿਹੇ ਨੇ, ਉਹ ਉਜੜਯੋਗ ਨੇ। ਬੱਚਿਆਂ ਨੂੰ ਪੈਸਾ ਕਮਾਉਣਾ ਨਾ ਸਿਖਾਓ, ਬੱਚਿਆਂ ਨੂੰ ਸਿੱਖਿਆ ਇਹ ਦਿਓ, ਇਨਸਾਨੀਅਤ ਕਮਾਉਣੀ ਸਿਖਾਓ। ਜਦੋਂ ਇਨਸਾਨ ਬਣ ਗਏ ਲੋਕੀ ਭਗਵਾਨ ਕਹਿ ਕੇ ਪੈਰੀ ਹੱਥ ਲਾਉਣਗੇ। ਜ਼ਮਾਨਾ ਇੱਜ਼ਤ ਪਿੱਠ ਪਿੱਛੋਂ ਵੀ ਕਰੇਗਾ, ਬੁਰਾਈ ਨਹੀਂ ਕਰੇਗਾ। ਪੈਸੇ ਕਮਾਉਣਾ ਕੀ ਹੈ, ਵੱਡੇ ਵੱਡੇ ਆਏ ਇੱਥੇ ਛੱਡ ਕੇ ਤੁਰ ਗਏ। ਮਾਇਆ ਤੇ ਜੀਵਨ ਦਾ ਗੁਜ਼ਰਾਨ ਹੈ, ਆਉਂਦਾ ਜਾਂਦਾ ਰਹਿੰਦਾ, ਪਰ ਤੁਹਾਡੇ ਸੰਸਕਾਰ ਤੁਹਾਡੇ ਜਾਣ ਤੋਂ ਬਾਅਦ ਵੀ ਲੋਕ ਚੇਤੇ ਕਰਦੇ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਿਤਾ ਨੇ ਸੰਸਕਾਰ ਨਹੀਂ ਵੇਖੇ ਉਹਨਾਂ ਦੇ। ਪਿਤਾ ਇੱਕੋ ਚੀਜ਼ ਵੇਖਦੇ ਆ, ਕਹਿੰਦੇ ਮੇਰਾ ਪੁੱਤ ਕਮਾਊ ਹੋ ਗਿਆ। ਕਦੇ ਨਹੀਂ ਵੇਖਿਆ ਇਹ ਸਾਧੂ ਹੈ, ਇਹ ਬੰਦਗੀ ਵਾਲਾ ਹੈ, ਇਹ ਨਾਮ ਜਪਣ ਵਾਲੀ ਰੂਹ ਹੈ, ਇਹ ਆਪ ਪਰਮਾਤਮਾ ਹੈ ਨਾ। ਕਹਿੰਦੇ ਮੇਰੇ ਪੁੱਤ ਨੂੰ ਸਮਝ ਆ ਗਈ, ਹੁਣ ਇਹ ਸਿਆਣਾ ਹੋ ਗਿਆ, ਇਹ ਕਬੀਲਦਾਰੀਆਂ ਆਪਣੇ ਆਪ ਹੀ ਸੰਭੂਗਾ। ਆਵਤ ਰਾਗ ਕਲਾਵਤ ਗਾਵਤ, ਭਾਵਤ ਜੀਵਿਤ ਪਾਵਤ ਸੇ। ਕੋਲ ਆ ਕੇ ਪਿਤਾ ਜੀ ਪੁੱਤ ਨੂੰ ਥਾਪੜਾ ਦੇ ਦਿੰਦੇ ਨੇ। ਸਤਿਗੁਰ ਜੀ ਪਿਤਾ ਦੇ ਬਚਨਾਂ ਨੂੰ ਸੁਣ ਕੇ ਫੁੱਲੇ ਨਹੀਂ ਸਮਾਉਂਦੇ, ਖੁਸ਼ ਨਹੀਂ ਹੁੰਦੇ। ਉਹਨਾਂ ਨੂੰ ਪਤਾ ਹੈ ਵੀ ਇਹ ਗੱਲਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜਿਹੜੇ ਸਿਫਤਾਂ ਕਰਦੇ ਨੇ ਕੱਲ ਗਾਲਾਂ ਵੀ ਕੱਢ ਸਕਦੇ ਆ। ਪਰ ਪਿਤਾ ਆਪਣੇ ਪੁੱਤ ਨੂੰ ਮਾਇਆ ਦੇ ਕੇ ਕਹਿੰਦੇ ਜਾ ਪੁੱਤ ਵੰਡਿਆ, ਤੇ ਗੁਰੂ ਸਾਹਿਬ ਨੂੰ ਜਿੰਨੀ ਮਾਇਆ ਫੜਾ ਦਿੰਦੇ, ਮਰਚ ਗਾਉਣ ਵਾਲਿਆਂ ਨੂੰ ਦੇ ਦਿੰਦੇ, ਗੀਤ ਗਾਉਣ ਵਾਲੇ ਜਿਹੜੇ ਉਹਨਾਂ ਸਮਿਆਂ ਦੇ ਭੱਟ ਲੋਕ ਸੀ, ਕਵੀ ਲੋਕ ਸਨ। ਅੱਗੇ ਤੇ ਇਹੀ ਹੁੰਦਾ ਸੀ, ਕਹਿੰਦੇ ਜਿਨ੍ਹਾਂ ਨੇ ਸੋਹਣੀ ਸੋਹਣੀ ਬੰਸਾਵਲੀ ਗਾਉਣੀ, ਗੁਰੂ ਸਾਹਿਬ ਨੇ ਖੁਸ਼ ਹੋ ਕੇ ਜਿੰਨੇ ਹੱਥ ਚਾਹੇ ਉਨੀ ਮਾਇਆ ਦੇ ਦੇਣੀ। ਇਹ ਦਾਨ ਸੀ ਬਹੁਤ ਵੱਡਾ। ਲੋੜਵੰਦ ਲੋਕਾਂ ਨੂੰ ਸਤਿਗੁਰ ਦਿੰਦੇ ਸੀ, ਅਰਜ਼ੀਆਂ ਨੂੰ ਕਦੇ ਰਜਾਉਂਦੇ ਨਹੀਂ। ਯਾ ਬਿਦ ਕੋਤ ਛਾਪਿਓ, ਕਵ ਕੀਨ ਕਵਿਤ ਨਾ ਮਦ ਪਨੇ। ਮਹਾਕਵੀ ਭਾਈ ਸੰਤੋਖ ਸਿੰਘ ਦੱਸ ਰਹੇ ਨੇ, ਕਹਿੰਦੇ ਇਹੋ ਜਿਹਾ ਉਤਸ਼ਾਹ ਉਸ ਵੇਲੇ ਬਣ ਗਿਆ। ਇਹ ਘਰ ਦਾ ਮਾਹੌਲ ਦੱਸਿਆ ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਤੋਂ ਪਹਿਲਾਂ ਜਦ ਪਿੰਡੋਂ ਬਰਾਤ ਰੂਪ ਦੇ ਵਿੱਚ ਨਾਨਕੇ ਆਏ ਨੇ, ਸਾਰੇ ਆਏ ਹੋਏ ਆ, ਫਿਰ ਇੱਥੇ ਕੀ ਕੁਝ ਹੋਇਆ। ਅੱਜ ਵੀ ਜਦੋਂ ਆਪ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਜਾਓ ਨਾ, ਉਹ ਪੁਰਾਣਾ ਘਰ ਭੈਣ ਨਾਨਕੀ ਦਾ ਉਸੇ ਤਰੀਕੇ ਨਾਲ ਪ੍ਰਾਪਤ ਹੋਇਆ, ਧਰਤੀ ਚੋਂ ਕੱਢਿਆ ਗਿਆ। ਪਿਛਲੇ ਸਮੇਂ 'ਚ ਉਹਦੀ ਸੇਵਾ ਚੱਲਦੀ ਸੀ, ਸੰਗਤਾਂ ਜਾਂਦੀਆਂ ਨੇ, ਦਰਸ਼ਨ ਕਰਕੇ ਆਉਂਦੀਆਂ ਨੇ। ਇਹ ਉਹੀ ਪੁਰਾਣਾ ਘਰ ਹੈ। ਜਿਸ ਘਰ ਦੇ ਵਿੱਚ ਖੁਸ਼ੀਆਂ ਦਾ ਆਲਮ ਹੈ,
ਗੁਰੂ ਨਾਨਕ ਸਾਹਿਬ ਮਹਾਰਾਜ ਵਿਹੜੇ ਵਿੱਚ ਆਪ ਬੈਠੇ ਨੇ, ਭਾਈ ਵਾਲਾ ਜੀ ਨਾਲ ਨਾਲ ਰਹਿੰਦੇ ਨੇ, ਪਰਛਾਵਾਂ ਬਣ ਕੇ। ਕਹਿੰਦੇ ਮੇਰੇ ਪਾਤਸ਼ਾਹ ਨੇ ਕੋਈ ਸਪੈਸ਼ਲ ਕੱਪੜੇ ਨਹੀਂ ਪਾਏ, ਸਾਦਗੀ ਦੇ ਰੂਪ 'ਚ ਰਹਿੰਦੇ, ਬਿਲਕੁਲ ਸਾਦਗੀ। ਪਤਾ ਹੀ ਨਹੀਂ ਲੱਗਦਾ ਵਿਆਹ ਕਿੰਨਾ ਦਾ ਹੈ। ਆਪ ਸੇਵਾ ਕਰਦੇ ਨੇ ਲੋੜਵੰਦਾਂ ਦੀ, ਗਰੀਬਾਂ ਦੀ, ਘਰ ਆਇਆਂ ਦੀ। ਉਹਨਾਂ ਨੂੰ ਪਤਾ ਹੈ ਵੀ ਸਾਡੇ ਜਿਹੜੇ ਵੱਡੇ ਨੇ ਇਹਨਾਂ ਨੇ ਰੱਜਿਆਂ ਨੂੰ ਰਜਾਉਣਾ ਹੈ। ਜਿਹੜੇ ਵੱਡੀ ਵੱਡੀ ਕੁੱਲ ਦੇ ਲੋਕ ਨੇ, ਕੋਈ ਬੇਦੀਆਂ ਚੋਂ ਆ ਗਿਆ, ਕੋਈ ਭੱਲਿਆਂ ਚੋਂ ਆ ਗਿਆ, ਕੋਈ ਕਿਸੇ ਚੋਂ ਆ ਗਿਆ, ਜਿਹੜੇ ਲੋੜਵੰਦ ਬੈਠੇ ਉਹਨਾਂ ਨੂੰ ਕਿਹਨੇ ਪੁੱਛਣਾ? ਉਹਨਾਂ ਨੂੰ ਸਤਿਗੁਰ ਆਪ ਮਿਲਦੇ ਨੇ, ਜਾ ਕੇ ਆਪ ਸਹਾਇਤਾ ਕਰਦੇ ਨੇ। ਤੇ ਉਹ ਲੋਕ ਗੁਰੂ ਸਾਹਿਬ ਦੀ ਮਹਿਮਾ ਕਰਦੇ ਥੱਕਦੇ ਨਹੀਂ, ਉਹ ਸਿਫਤਾਂ ਗਾਉਂਦੇ ਨੇ। ਅੱਜ ਪਿਤਾ ਨੂੰ ਵੀ ਪੁੱਤ ਦੀਆਂ ਸਿਫਤਾਂ ਚੰਗੀਆਂ ਲੱਗਦੀਆਂ। ਪਿਤਾ ਪਤਾ ਕੀ ਕਹਿੰਦੇ? ਕਹਿੰਦੇ ਮੇਰੇ ਪੁੱਤ ਨੇ ਇਹ ਇੱਜ਼ਤ ਕਮਾਈ ਹੋਈ ਹੈ। ਇਹ ਕਿਉਂ ਕਹਿੰਦੇ ਆ? 3000 ਬੋਲ ਲੱਖੋ ਸਤਿਨਾਮ। ਜੇ ਉਹ 3000 ਪ੍ਰਾਪਤ ਨਾ ਹੁੰਦਾ ਤੇ ਫੇਰ ਇਹਨਾਂ ਨੇ ਕਹਿਣਾ ਸੀ ਇਹ ਫਕੀਰਾਂ ਨੂੰ ਖੀਰ ਲਟਾਈ ਜਾਂਦਾ। ਦੇਖੋ ਨਜ਼ਰੀਆ ਹੀ ਬਦਲਿਆ, ਗੱਲ ਉਹੀ ਹੈ। ਜੇ ਅੱਜ ਮਾਇਆ ਪਿਤਾ ਦੇ ਕੋਲ ਆ ਗਈ ਤੇ ਉਹ ਕਹਿੰਦੇ ਮੇਰੇ ਪੁੱਤ ਦੇ ਸੰਬੰਧ ਬਹੁਤ ਵੱਡੇ ਆ, ਇਹ ਬੜਾ ਦਾਨੀ ਹੈ, ਦਾਨੀ ਹੋ ਗਿਆ। ਤੇ ਜੇ ਉਹ ਮਾਇਆ ਨਾ ਆਉਂਦੀ ਫਿਰ ਕੀ ਕਹਿਣਾ ਸੀ? ਕਹਿੰਦੇ ਘਰ ਲਟਾਤਾ, ਅਜੇ ਵੀ ਨਹੀਂ ਸੁਧਰਿਆ, ਅਜੇ ਵੀ ਨਹੀਂ ਸਮਝਿਆ। ਬਸ ਨਜ਼ਰੀਆ ਦਾ ਤੇ ਸ਼ਬਦਾਂ ਦੇ ਭੇਦਾਂ ਦਾ ਹੀ ਫਰਕ ਹੁੰਦਾ, ਗੱਲ ਕੋਈ ਖਾਸ ਨਹੀਂ, ਗੱਲਾਂ ਉਹੀ ਹੁੰਦੀਆਂ। ਹੁਣ ਜਿਸ ਵੇਲੇ ਪਿਤਾ ਸਿਫਤ ਕਰਦੇ ਆ, ਗੁਰੂ ਸਾਹਿਬ ਉਹਨਾਂ ਸਿਫਤਾਂ ਵਿੱਚ ਨਹੀਂ ਆਉਂਦੇ, ਕੋਲ ਆ ਕੇ ਕਹਿੰਦੇ ਪਿਤਾ ਜੀ ਇਹ ਸਭ ਕੁਝ ਨਿਰੰਕਾਰ ਕਰਾਉਂਦਾ ਹੈ, ਬੰਦੇ ਦੇ ਹੱਥ ਕੁਛ ਨਹੀਂ, ਆਪਾਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ। ਪਾਵਨ ਮੰਗਲ ਹੇਤ ਸੁਹਾਪਨ, ਪਾਵਨ ਭਾਟ ਟੈ ਗੁਣ ਕੋ। ਉਹਨਾਂ ਸਮਿਆਂ ਵਿੱਚ ਭੱਟ ਲੋਕ ਆਏ। ਭੱਟ ਕਿਹਨੂੰ ਕਹਿੰਦੇ ਆ? ਜਿਵੇਂ ਸਤਿਗੁਰਾਂ ਦੀ ਬਾਣੀ ਵਿੱਚ ਭੱਟਾਂ ਨੇ ਸਵਈਏ ਗਾਏ ਆ। ਸਮਾਪਤੀ ਤੋਂ ਪਹਿਲਾਂ ਆਪਾਂ ਅਖੰਡ ਪਾਠ ਸਾਹਿਬ ਤੋਂ ਸਰਵਣ ਕਰਦੇ ਆ ਭੱਟਾਂ ਦੇ ਸਵਈਏ। ਭੱਟ ਕਹਿੰਦੇ ਸੀ ਜਿਹੜੇ ਬੰਸਾਵਲੀ, ਮਤਲਬ ਪਰਿਵਾਰ ਦੀ ਬੈਕਗਰਾਉਂਡ ਹੋਣੀ, ਦਾਦੇ ਪੜਦਾਦੇ, ਉਹਨਾਂ ਦੇ ਕੰਮਕਾਰ, ਉਹਨਾਂ ਦੇ ਕੀਤੇ ਪਰਉਪਕਾਰ। ਅੱਗੇ ਨਾ ਬੇਟੀਆਂ ਦੀ ਵੰਸ ਵਿੱਚ ਭੱਟ ਆਉਂਦੇ ਹੁੰਦੇ ਸੀ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓਗੇ, ਅੰਮ੍ਰਿਤ ਵੇਲੇ ਪ੍ਰਕਾਸ਼ ਹੋਣ ਤੋਂ ਪਹਿਲਾਂ ਭੱਟ ਸਹਿਬਾਨ ਭੱਟਾਂ ਦੇ ਸਵਈਏ ਗਾਉਂਦੇ ਆ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦਾ ਜਦੋਂ ਪ੍ਰਕਾਸ਼ ਹੁੰਦਾ ਨਾ, ਜਿਹੜੇ ਸ਼ਬਦ ਪੜ੍ਹਦੇ ਉਹ ਭੱਟ ਲੋਕ ਨੇ, ਪ੍ਰੇਮ ਚ ਗਾਉਂਦੇ ਆ। ਕਹਿੰਦੇ ਇੱਥੇ ਭੱਟਾਂ ਨੇ ਨਿਰੰਕਾਰ ਦੀ ਸਿਫਤ ਗਾਈ, ਰੱਬ ਦੇ ਗੁਣ ਗਾਉਂਦੇ ਨੇ, ਕੋਈ ਵਿਸ਼ਨੂੰ ਦੇ, ਕੋਈ ਮਹੇਸ਼ ਦੇ, ਕੋਈ ਬ੍ਰਹਮਾ ਦੇ, ਕਿਉਂਕਿ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਧਰਮ ਮਹਾਨ ਸੀ, ਸਨਾਤਨ ਸਿੱਖ ਧਰਮ ਦੀ ਅਜੇ ਉਪਜ ਨਹੀਂ ਸੀ ਹੋਈ। ਜਦੋਂ ਉਹਨਾਂ ਨੇ ਗੁਣ ਗਾਏ, ਰੱਬ ਦੀ ਮਹਿਮਾ ਕਰਦੇ ਆ, ਵਿੱਚ ਆ ਕੇ ਸਤਿਗੁਰਾਂ ਦੇ ਪਰਿਵਾਰ ਦੀ, ਸਤਿਗੁਰਾਂ ਦੇ ਪਿਤਾ ਦੀ ਮਹਿਮਾ ਕਰ ਦਿੰਦੇ ਆ। ਬਾਪੂ ਜੀ ਉਹਦੇ ਨੋਟ ਕੱਢ ਲੈਂਦੇ ਜੀ, ਸੁਭਾਵਿਕ ਗੱਲ ਹੈ। ਅੱਜ ਵੀ ਕੋਈ ਬੋਲੀ ਜੀ ਪਾ ਕੇ ਡੀਜੇ ਵਾਲਾ ਕਹਿੰਦਾ ਮੁੰਡੇ ਦਾ ਤਾਇਆ ਕਿੱਥੇ ਆ, ਕਿੱਦਾਂ ਤਾਂ ਸਰੂ ਭੰਗੜਾ ਚ ਨੱਚੂ, ਅਗਲਾ ਕੱਢ ਕਿਉਂ ਮਾਰਦਾ? ਇਹ ਕੀ ਹੈ? ਪੁੱਛਾ ਹੈ। ਉਹਨਾਂ ਨੂੰ ਪਤਾ ਹੈ ਵੀ ਥੋੜਾ ਜਿਹਾ ਟੀਕਾ ਲਾ ਲਓ, ਬਾਕੀ ਕੰਮ ਆਪ ਹੀ ਚੱਲ ਜਾਂਦਾ। ਉਹਨਾਂ ਸਮਿਆਂ ਵਿੱਚ ਜਦੋਂ ਭੱਟ ਸਿਫਤ ਕਰਦੇ ਆ ਤੇ ਸਤਿਗੁਰਾਂ ਦੇ ਪਿਤਾ ਜੀ ਉੱਠ ਕੇ ਜਾਂਦੇ ਆ, ਮਾਇਆ ਮਾਰ ਦਿੰਦੇ ਭੱਟਾਂ। ਹੁਣ ਭੱਟਾਂ ਦਾ ਕੰਮ ਇਹੀ ਹੈ, ਸਿਫਤਾਂ ਕਰ ਕਰਕੇ ਉਹਨਾਂ ਮਾਇਆ ਖੂਬ ਇਕੱਠੀ ਕੀਤੀ ਹੈ। ਲਾਗੀ ਸਭ ਬੇਦਨ ਕੀ, ਨਟ ਰਾਗ ਅਲਾਪ ਕਰੇ ਧੁਨ ਕੋ। ਹੁਣ ਬੀਬੀਆਂ ਦੇ ਗੀਤਾਂ ਤੋਂ ਬਾਅਦ ਕਹਿੰਦੇ ਬੇਦੀਆਂ ਦੀ ਸਭਾ ਲੱਗੀ। ਬੇਦੀ ਲੋਕ, ਬੇਤਾਂ ਨੂੰ ਪੜ੍ਹਨ ਵਾਲੇ, ਫਿਰ ਉਹਨਾਂ ਨੇ ਜਿਵੇਂ ਹਾਸੇ ਦੀਆਂ ਗੱਲਾਂ ਕੀਤੀਆਂ, ਕਦੇ ਉਹ ਹਾਸਾ ਪਾਉਂਦੇ ਨੇ, ਕਦੇ ਉੱਧਰੋਂ ਪਾਉਂਦੇ ਨੇ, ਟਿਚਰਾਂ ਕਰਨੀਆਂ, ਮਾਹੌਲ ਕਰਨੇ, ਵਿਆਹਾਂ ਦਾ ਮਾਹੌਲ ਸੀ। ਕਹਿੰਦੇ ਦੁਪਹਿਰ ਵੇਲਾ ਇੱਦਾਂ ਹੀ ਕੱਢੇਗਾ। ਇੰਨੇ ਨੂੰ ਪੰਡਤ ਨਿੱਧਾ ਆਇਆ, ਆਖਣ ਲੱਗਿਆ ਜੀ ਹੁਣ ਵੇਦਾਂ ਦੇ ਪਾਠ ਦਾ ਸਮਾਂ ਹੋ ਗਿਆ, ਮੰਤਰਾਂ ਦਾ ਗਾਇਨ ਕਰਨਾ ਏ। ਲੀਜ ਹਿਰਦੈ ਬਖਸ਼ੈ ਬਖਸ਼ੀਸ਼ਨ, ਪਾਇ ਕੈ ਜੋ ਹਰਖੈ ਧਨ ਕੋ। ਹੁਣ ਇੱਥੇ ਮਾਇਆ ਦੀ ਬਰਸਾਤ ਏਦਾਂ ਹੋ ਰਹੀ ਆ ਵੀ ਪਤਾ ਹੀ ਨਹੀਂ ਲੱਗਦਾ ਮਾਇਆ ਵੱਡੀ ਕਿੰਨੀ ਕੁ ਗਈ। ਪਰ ਸਾਰੇ ਹੈਰਾਨ ਨੇ। ਸਤਿਗੁਰਾਂ ਦੇ ਪਿਤਾ ਜੀ ਸਾਰੀ ਜ਼ਿੰਦਗੀ ਮਾਇਆ ਕਰਦੇ ਰਹੇ। ਕਹਿੰਦੇ ਪੁੱਤਰ ਦੇ ਵਿਆਹ ਦੀ ਖੁਸ਼ੀ 'ਚ ਮਾਇਆ ਗਿਣਦੀ ਨਹੀਂ ਹੈ। ਬਾਅਦ 'ਚ ਚਿੰਤਾ ਕਰਨਗੇ ਵੀ ਇੰਨਾ ਪੈਸਾ ਖਰਚਤਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਨਿੱਤ ਦੇ ਉਲਾਂਭੇ ਹੋਣਗੇ, ਨਿੱਤ ਦੇ। ਇਹ ਯਾਦ ਰੱਖਿਓ। ਇਸ ਲਈ ਕਿਹਾ ਹੈ ਕਿਉਂਕਿ ਅੱਜ ਬਾਪੂ ਜੀ ਮਾਇਆ ਖਰਚਣ ਵੇਲੇ ਪਰਵਾਹ ਨਹੀਂ ਕਰਦੇ। ਕੱਲ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਰਿਵਾਰ ਵਿੱਚ, ਮੈਂ ਪਹਿਲਾਂ ਦੱਸ ਦਿਆਂ, ਅਣਬਣ ਵਾਲੇ ਕੰਮ ਬਣਨਗੇ। ਇੱਥੋਂ ਤੱਕ ਗੱਲ ਆ ਜਾਣੀ ਹੈ। ਮੂਲ ਚੰਦ ਕਹਿਣਗੇ ਮੈਂ ਆਪਣੀ ਧੀ ਨੂੰ ਲੈ ਕੇ ਚੱਲਿਆ, ਇੱਥੇ ਹੀ ਵਸੇਗੀ। ਇਹ ਦਿਨ ਆਉਣਗੇ, ਆਉਣ ਵਾਲੀ ਗੱਲ ਹੈ। ਕਿਉਂਕਿ ਗੁਰੂ ਸਾਹਿਬ ਨੇ ਸਮਾਜ ਸਿਰਜ ਕੇ ਵਿਖਾਇਆ, ਜ਼ਮਾਨੇ ਦੀਆਂ ਕਮਜ਼ੋਰੀਆਂ ਆਪਣੇ ਜੀਵਨ ਵਿੱਚ ਲਿਆ ਕੇ ਵਿਖਾਈਆਂ ਵੀ ਪਰਿਵਾਰ ਏਦਾਂ ਚੱਲਦੇ ਆ, ਕਮੀਆਂ ਕਮਜ਼ੋਰੀਆਂ ਨੇ, ਲੋਕਾਂ 'ਚ ਭੇਡ ਚੱਲ ਗਈ ਚੱਲ। ਉਹ ਗੁਰੂ ਸਾਹਿਬ ਨੇ ਪ੍ਰਗਟ ਕਰਕੇ ਵਿਖਾਇਆ ਸਾਰਾ। ਤੇ ਪਿਤਾ ਜਿਹਨੇ ਵੱਧ ਮਾਇਆ ਲਾਈ ਹੁੰਦੀ ਹੈ ਨਾ, ਫਿਰ
ਜਦ ਕਿਤੇ ਰਿਸ਼ਤਿਆਂ 'ਚ ਕੋਈ ਅਣਬਣ ਆਵੇ ਤੇ ਦੁਖੀ ਵੀ ਉਹੀ ਹੁੰਦੇ ਆ ਵੀ ਅਸੀਂ ਇੰਨਾ ਵਿਆਹ ਤੇ ਲਾਇਆ ਸੀ, ਇੰਨਾ ਖਰਚਾ ਕੀਤਾ ਸੀ, ਸਾਨੂੰ ਕੀ ਪਤਾ ਸੀ ਸਾਡੇ ਨਾਲ ਏਦਾਂ ਹੋਊਗੀ। ਇਹ ਹੋਣਾ ਸਾਰਾ ਕੁਛ। ਅੱਜ ਪਿਤਾ ਜੀ ਮਾਇਆ ਗਿਣਦੇ ਨਹੀਂ, ਮਰਜ਼ੀ ਦੇ ਨਾਲ ਜਿਹੜਾ ਅੱਗੇ ਆ ਗਿਆ, ਭੱਟ ਆ ਗਏ, ਕਵੀ ਆ ਗਏ, ਨੱਚਣ ਗਾਉਣ ਵਾਲੇ ਆ ਗਏ, ਜਾਂ ਬਾਜੀਆਂ ਪਾਉਣ ਵਾਲੇ ਬਾਜੀਗਰ ਆ ਗਏ, ਕਹਿੰਦੇ ਸਭ ਤੋਂ ਮਾਇਆ ਵਾਰੀ ਜਾਂਦੇ ਨੇ। ਆਸ ਬਿਲਾਸ ਕਰੈ ਮਿਲ ਕੇ ਇਕ ਕੋਤਕ ਭਾਂਤ ਅਨੇਕਨ ਕੋ। ਗੁਰੂ ਨਾਨਕ ਸਾਹਿਬ ਮਹਾਰਾਜ ਹੱਸਦੇ ਆ, ਮੁਸਕਰਾਉਂਦੇ ਆ, ਉਹ ਵੇਖ ਰਹੇ ਨੇ, ਕਹਿੰਦੇ ਬਾਲਿਆ ਰੰਗ ਕਰਤਾਰ ਦੇ ਨੇ, ਵੇਖੀ ਚੱਲ ਆ ਜਿੰਨੇ ਲੋਕ ਅੱਜ ਹੱਸਦੇ ਫਿਰਦੇ ਆ, ਖੁਸ਼ ਨੇ, ਇੱਕ ਦਿਨ ਆਪਣੇ ਗਲ ਅੰਗੂਠਾ ਦੇ ਲਾਉਣਗੇ। ਸਤਨਾਮ ਵੇਖ ਤਮਾਸ਼ਾ, ਸੱਚੀ ਗੱਲ ਹੈ ਜੀ। ਵਿਆਹਾਂ 'ਚ ਜਿਨ੍ਹਾਂ ਨੇ 2.5 ਕਿਲੋ ਪਕੌੜੇ ਖਾਦੇ ਹੁੰਦੇ ਆ ਨਾ, ਫਿਰ ਉਹ ਬਾਅਦ ਵਿੱਚ ਆ ਕੇ ਕੋਈ ਗੱਲਬਾਤ ਹੋ ਜੇ, ਮੱਤ ਦੇਣਾ ਦੇ ਉਹਦੇ ਕਾਕਾ ਵੇਖ ਤੂੰ ਸਿਆਣਾ ਵਾ ਨਾ, ਏਦਾਂ ਨਾ ਕਰਿਆ ਕਰ। ਫਿਰ ਉਹ ਮੱਤ ਦੇਣ ਆਉਂਦੇ ਹੁੰਦੇ ਜਿਨ੍ਹਾਂ ਨੇ ਪਕੌੜਿਆਂ ਦਾ ਗਾਹ ਪਾਇਆ ਹੁੰਦਾ ਵਿਆਹ ਦੇ ਸਗਨ ਦੇ 100 ਰੁਪਇਆ ਪਾਇਆ। ਕਹਿੰਦੇ ਇੱਥੇ ਬੜੇ ਲੋਕ ਸੀ ਇੱਦਾਂ ਦੇ, ਨੱਚਣ ਗਾਉਣ, ਖੁਸ਼ੀਆਂ ਮਨਾਉਣ, ਵੱਧ ਘੱਟ ਬੋਲਦੇ, ਹਾਸੇ ਮਜ਼ਾਕ ਕਰਦੇ ਆ। ਸਤਿਗੁਰ ਕਹਿੰਦੇ ਬਾਲਿਆ ਕਰਤਾਰ ਦੇ ਰੰਗ ਨੇ, ਵੇਖੀ ਚੱਲ ਦੁਨੀਆ ਕਿਹੜੇ ਰੰਗਾਂ ਵਿੱਚ ਰੰਗੀ ਹੋਈ ਹੈ, ਇਹਨਾਂ ਨੂੰ ਰੱਬ ਚੇਤੇ ਨਹੀਂ। ਹਰੀ ਚਾਰ ਬਰਾਤ ਬਣੀ ਸਗਰੀ ਤਨ ਭੂਖਨ ਜੀਵ ਜਰਾਵ ਜਰੀ। ਆਖਰਕਾਰ ਉਹ ਦਿਨ ਨੇੜੇ ਆ ਗਿਆ ਜੀ, ਜੋ ਸਾਹੇ ਵਾਲਾ ਦਿਨ ਹੈ, ਜਿੱਦਣ ਵਿਆਹ ਹੋਣਾ। ਹੁਣ ਬਰਾਤ ਨੂੰ ਪਹਿਲਾਂ ਜਾਣਾ ਪੈਣਾ, ਕਿਉਂਕਿ ਇਹ ਜਿੰਨਾ ਵੀ ਫਾਸਲਾ ਦੂਰ ਦਾ ਹੈ, 1-2 ਦਿਨ ਰਸਤੇ 'ਚ ਬਰਾਤ ਨੂੰ ਰੁਕਣਾ ਪੈਣਾ, ਉਹਦੇ ਹਿਸਾਬ ਨਾਲ ਜਾਣਗੇ ਵੀ ਕਿੰਨੇ ਦਿਨ ਪਹਿਲਾਂ ਇੱਥੋਂ ਚੱਲਣਾ ਆਪਾਂ ਨੇ। ਹੁਣ ਇੱਥੇ ਤਿਆਰੀਆਂ ਕਰਨੀਆਂ ਸ਼ੁਰੂ ਕਰਤੀਆਂ, ਕਹਿੰਦੇ ਹੁਣ ਬਰਾਤ ਨੇ ਢੁਕਣਾ ਹੈ, ਬਰਾਤ ਨੇ ਜਾਣਾ ਹੈ। ਹਰ ਪ੍ਰਕਾਰ ਦੀ ਤਿਆਰੀ ਬੇਦੀਆਂ ਦੀ ਵੰਸ ਵੱਲੋਂ ਕੀਤੀ ਗਈ। ਜਰੀ ਦੋਜ ਫਿਰੈ ਬਿਜਨਾ ਸਭ ਪੈ ਸਮ ਸੂਰਜ ਕੇ ਜੇ ਕ੍ਰਾਂਤ ਤਰੀ। ਹੁਣ ਘਰ ਦੇ ਵਿੱਚ ਵਿਹੜੇ 'ਚ ਸਾਰੇ ਬੈਠੇ ਆ, ਕਵੀ ਦੱਸਦੇ ਕਹਿੰਦੇ ਵੱਡੇ ਵੱਡੇ ਪੱਖੇ ਹਵਾ ਝੁੱਲੀ ਜਾਂਦੀ, ਜਰੀਦਾਰ ਪੱਖੇ, ਅੱਗੇ ਨਾ ਪੱਖੇ ਹੱਥਾਂ ਵਾਲੇ ਹੁੰਦੇ ਸੀ, ਵੱਡੇ ਵੱਡੇ ਪੱਖੇ ਲੈ ਕੇ ਹਵਾ ਝੁੱਲਣੀ ਲੋਕਾਂ ਨੂੰ, ਤੇ ਲੋਕਾਂ ਨੇ ਖੁਸ਼ੀ ਨਾਲ ਉਹਨਾਂ ਨੂੰ ਵੀ ਮਾਇਆ ਦੇਣੀ। ਲਾਗੀ ਆਉਂਦੇ ਲਾਗ ਲੈ ਕੇ ਜਾ ਰਹੇ ਨੇ, ਬ੍ਰਾਹਮਣਾਂ ਪੰਡਤਾਂ ਨੇ ਵੇਦਾਂ ਦੇ ਪਾਠ ਕੀਤੇ, ਉਹਨਾਂ ਦੀਆਂ ਮੰਨਤਾਂ ਪੂਰੀਆਂ ਕੀਤੀਆਂ ਗਈਆਂ, ਉਹਨਾਂ ਬੜੇ ਵਰ ਦਿੱਤੇ ਜੀ। ਹੁਣ ਬਰਾਤ ਦੀ ਖੂਬ ਤਿਆਰੀ ਸੀ। ਜੈਰਾਮ ਜੀ ਆਖਣ ਲੱਗੇ, ਕਹਿੰਦੇ ਕੱਲ ਸਵੇਰ ਹੁੰਦਿਆਂ ਇੱਥੋਂ ਬਰਾਤ ਨੂੰ ਰਵਾਨਾ ਕਰਾਂਗੇ। ਧਰੀ ਪੋਸ਼ਿਸ਼ ਅੰਗ ਪਟੰਬਰ ਅੰਬਰ ਹੈ ਪਛਮੰਬਰ ਸੋਭ ਕਰੇ। ਹੁਣ ਸਭ ਨੇ ਪਸ਼ਮੀਨੇ ਦੇ ਕੱਪੜੇ ਸਵਾਏ ਉਹਨਾਂ ਸਮਿਆਂ ਦੇ, ਕੀਮਤੀ ਤੋਂ ਕੀਮਤੀ, ਰੇਸ਼ਮ ਦੀਆਂ ਲੋੜਾਂ ਵਾਲੇ, ਸੋਨੇ ਚਾਂਦੀ ਦੀਆਂ ਜਰੀਆਂ ਵਾਲੇ, ਕਿਉਂਕਿ ਇਹ ਬਰਾਤ ਸ਼ਾਹੀ ਹੋਣੀ ਹੈ। ਰਾਜੇ ਮਹਾਰਾਜਿਆਂ ਦੀਆਂ ਇਹੋ ਜਿਹੀਆਂ ਬਰਾਤਾਂ ਜਾਂਦੀਆਂ ਸੀ। ਜਿੰਨਾ ਕੁਝ ਗੁਰੂ ਨਾਨਕ ਸਾਹਿਬ ਜੀ ਦੀ ਬਰਾਤ ਵਿੱਚ ਹੋ ਰਿਹਾ ਨਾ, ਦੁਨੀਆ ਦਾ ਇਤਿਹਾਸ ਪੜ੍ਹ ਕੇ ਵੇਖੋ, ਕਿਸੇ ਰਾਜੇ ਮਹਾਰਾਜੇ ਦਾ ਠਾਠ ਹੁੰਦਾ ਸੀ ਏਡਾ ਵੱਡਾ। ਜਿਸ ਤਰੀਕੇ ਦੇ ਨਾਲ ਬੇਦੀਆਂ ਨੇ ਮਾਇਆ ਚੌਕੜ ਖਰਚੀ ਹੈ। ਕਰੀ ਸੁੰਦਰ ਰੰਗ ਨੀਕਨ ਕੀ ਉਰ ਹੋਤ ਸਭ ਦੁਤ ਲੀਨ ਸ਼ਰੀ। ਆਖਰਕਾਰ ਅੱਜ ਦੀ ਰਾਤ ਬਤੀਤ ਕੀਤੀ ਆ, ਸਵੇਰ ਦਾ ਵੇਲਾ ਹੋਇਆ, ਸਵਖਤੇ ਸਾਰੇ ਤਿਆਰ ਹੋ ਗਏ। ਅੰਮ੍ਰਿਤ ਵੇਲੇ 2:30-3 ਵਜੇ ਉੱਠ ਕੇ ਨਹਾਉਣਾ ਧੋਣਾ ਸ਼ੁਰੂ ਕਰਤਾ, ਕਿਉਂਕਿ ਪਿੰਡਾਂ ਵਾਲੇ ਲੋਕ ਜਲਦੀ ਜਾਗਦੇ ਆ ਤੇ ਸ਼ਹਿਰਾਂ ਵਾਲਿਆਂ ਦਾ ਅੰਮ੍ਰਿਤ ਵੇਲਾ ਸੁੱਖ ਨਾਲ 10 ਵਜੇ ਹੁੰਦਾ ਹੈ, ਜਦੋਂ ਗਾਵਾਂ ਮੱਝਾਂ ਵੀ ਟੋਭਿਆਂ ਤੋਂ ਮੁੜ ਕੇ ਆ ਜਾਂਦੀਆਂ ਨੇ। ਪਰ ਬਰਾਤੀ ਲੋਕ ਸਵਖਤੇ ਉੱਠਦੇ ਸੀ, ਜਲਦੀ ਚੱਲਦੇ ਸੀ। ਕਹਿੰਦੇ ਜੀ ਸਵੇਰੇ ਸਵੇਰੇ ਉੱਠ ਕੇ ਸਾਵਧਾਨੀ ਨਾਲ ਇਸ਼ਨਾਨ ਪਾਨ ਕੀਤੇ ਨੇ, ਸੂਬਕਾਰਾਂ ਨੇ, ਲਾਂਗਰੀਆਂ ਨੇ, ਚੰਗੇ ਭੋਜਨ ਬਣਾਏ ਨੇ। ਦੋਹਰ ਦਿਵਸ ਬਤੀਤੇ ਕਿਤਕ ਇਵ ਸ਼ਾਹ ਆਇਓ ਸਮੀਪ ਲਗੇ ਕਰਨ ਤਿਆਰੀ ਚੱਲਣ ਬਿਆਹਨ ਕੁਲ ਕੋ ਦੀਪ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅੰਮ੍ਰਿਤ ਵੇਲੇ ਜਗਾਇਆ ਗਿਆ। ਸਤਿਗੁਰਾਂ ਨੂੰ ਆ ਕੇ ਕਹਿੰਦੇ, ਪਿਤਾ ਜੀ ਕਹਿੰਦੇ ਪੁੱਤਰ ਹੁਣ ਮੋਦੀ ਖਾਨੇ ਨਹੀਂ ਜਾਣਾ, ਕਰ ਤਿਆਰੀ ਚੱਲੀਏ। ਗੁਰੂ ਸਾਹਿਬ ਜਾਣਦੇ ਸੀ, ਕਹਿੰਦੇ ਪਿਤਾ ਜੀ 7 ਵਜੇ। ਅੱਜ ਉਹ ਲਾਸਟ ਤੇ ਵੱਡਾ ਦਿਨ ਹੈ, ਸੁਲਤਾਨਪੁਰ ਲੋਧੀ ਤੋਂ ਬਰਾਤ ਨੇ ਰਵਾਨਾ ਹੋਣਾ। ਹੁਣ ਬਰਾਤ ਦੇ ਵਿੱਚ ਇੰਨੇ ਲੋਕਾਂ ਨੂੰ ਲੈ ਕੇ ਜਾਣਾ, ਇੰਨਾ ਕੁਛ ਮੈਨੇਜ ਕਰਨਾ, ਕਿਉਂਕਿ ਪਹਿਲਾਂ ਨਾਨਕੇ ਆਏ, ਦਾਦਕੇ ਆਏ ਆ, ਫਿਰ ਉਹਨਾਂ ਤੋਂ ਬਾਅਦ ਹੁਣ ਸੁਲਤਾਨਪੁਰ ਲੋਧੀ ਦਾ ਜਿੰਨਾ ਪ੍ਰਸ਼ਾਸਨ ਹੈ, ਸਮੇਂ ਦਾ ਜਿਹੜਾ ਨਵਾਬ ਹੈ, ਉਹਦੇ ਲੋਕ ਵੀ ਜਾਣਗੇ ਨਾਲ, ਹੋਰ ਗੁਰੂ ਸਾਹਿਬ ਦੇ ਮਿੱਤਰ ਸਾਥੀ, ਜੈਰਾਮ ਜੀ ਦੇ ਰਿਸ਼ਤੇਦਾਰ, ਇੱਧਰੋਂ ਉੱਧਰੋਂ ਬਹੁਤ ਲੋਕ ਸੀ ਜਿਨ੍ਹਾਂ ਦੀ ਭੀੜ ਹੋਣੀ ਹੈ।
ਸਭ ਨੂੰ ਉਹ ਸੱਦਾ ਦਿੱਤਾ ਗਿਆ ਸੀ। ਕਹਿੰਦੇ ਸਾਹੇ ਦੇ ਦਿਨ ਵਿੱਚ 4 ਦਿਨ ਰਹਿ ਗਏ ਸਾਰੇ। ਅੱਜ ਬਰਾਤ ਦੀ ਤਿਆਰੀ ਇੱਥੇ ਖੂਬ ਕੀਤੀ ਗਈ। ਕਹਿੰਦੇ ਆਪਣੇ ਆਪਣੇ ਸਾਧਨ ਮੰਗਾਏ, ਸੋਹਣੇ ਸੋਹਣੇ ਕੱਪੜੇ ਸਭ ਨੇ ਪਾਏ, ਇੱਕ ਦੂਜੇ ਤੋਂ ਵੱਧ ਕੇ ਤਿਆਰ ਹੁੰਦੇ ਆ। ਕਹਿੰਦੇ ਸਾਰਿਆਂ ਨੇ ਸੋਹਣੇ ਸੋਹਣੇ ਵਸਤਰ ਪਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਸਾਦਗੀ ਵਾਲੇ ਵਸਤਰ ਪਾਏ ਹੋਏ। ਬਰਾਤੀ ਹੱਸ ਕੇ ਕਹਿੰਦੇ ਗਰੀਬਨ ਮਹਾਰਾਜ ਕੱਪੜੇ ਤੇ ਵਧੀਆ ਪਾ ਲਓ। ਮਹਾਰਾਜ ਕਹਿੰਦੇ ਬਾਲੇ ਕੱਪੜੇ ਮਾੜੇ ਆ? ਕਹਿੰਦੇ ਨਹੀਂ ਪਰ ਮਹਾਰਾਜ ਬਹੁਤ ਸੋਹਣੇ ਆ, ਵਧੀਆ ਨੇ, ਪਰ ਹੁਣ ਦੁਨੀਆ ਦੀ ਨਜ਼ਰ ਵਿੱਚ ਵਧੀਆ ਕਿਹੜੇ ਆ ਜੀ? ਜ਼ਮਾਨੇ ਦੀ ਨਜ਼ਰ ਵਿੱਚ ਵਧੀਆ ਉਹ ਨੇ ਜਿਨ੍ਹਾਂ ਕੱਪੜਿਆਂ ਤੇ ਮਾੜਾ ਮੋਟਾ ਜਲੂਸ ਚੱਲ ਰਿਹਾ ਹੋਵੇ, ਪਤਾ ਲੱਗਦਾ ਹੋਵੇ ਵੀ ਬੰਦਾ ਸਪੈਸ਼ਲ ਹੈ। ਕਹਿੰਦੇ ਫਿਰ ਜੈ ਰਾਮ ਜੀਆਂ ਨੇ ਜਿਹੜੀ ਕੀਮਤੀ ਪੋਸ਼ਾਕ ਸਤਿਗੁਰਾਂ ਵਾਸਤੇ ਸਿਲਾਈ ਹੋਈ ਸੀ, ਬਣਾਈ ਹੋਈ ਸੀ, ਲਿਆ ਕੇ ਪੇਸ਼ ਕੀਤੀ ਹੈ। ਸਵਈਆ ਭੂਪਤ ਭਾਸ ਜਰਾਮ ਗਇਓ, ਵਥ ਲੇਵਣ ਕੀ ਸਭ ਗਾਥ ਗੁਸਨਾਈ। ਇੱਧਰ ਤੇ ਬਰਾਤ ਤਿਆਰ ਹੋਈ ਆ, ਉਧਰ ਜੈ ਰਾਮ ਜੀ ਚੱਲ ਕੇ ਸਮੇਂ ਦੇ ਨਵਾਬ ਦੌਲਤ ਖਾਂ ਕੋਲ ਆਏ ਆ ਕੇ ਬੇਨਤੀ ਕੀਤੀ। ਕਹਿੰਦੇ ਜੀ ਸਾਨੂੰ ਬਰਾਤ ਵਾਸਤੇ ਵਸਤੂਆਂ ਚਾਹੀਦੀਆਂ ਨੇ, ਕਿਉਂਕਿ ਉਹ ਸਰਕਾਰੀ ਮੁਲਾਜ਼ਮ ਨੇ, ਨਵਾਬ ਕੋਲ ਨੌਕਰੀ ਕਰਦੇ ਨੇ, ਭਾਈਚਾਰਾ ਹੈ। ਤੇ ਨਵਾਬ ਸਾਹਿਬ ਨੇ ਆਖਿਆ ਸੀ ਸਾਡੇ ਲਾਇਕ ਸੇਵਾ ਜ਼ਰੂਰ ਦੱਸਿਓ ਤੇ ਸੇਵਾ ਦਾ ਮੌਕਾ ਦੇਣਾ ਹੈ। ਕਹਿੰਦੇ ਜੀ ਬਰਾਤ ਦੀ ਤਿਆਰੀ ਹੈ, ਬਰਾਤ ਨਿਕਲਣ ਲੱਗੀ ਹੈ, ਸਾਨੂੰ ਕੁਝ ਚੀਜ਼ਾਂ ਦੀ ਲੋੜ ਹੈ, ਕੁਝ ਵਾਹਨ ਚਾਹੀਦੇ ਨੇ। ਦੀਨੇ ਮਤੰਗ ਬਾਰਨ ਸੰਗ, ਤਰੰਗਮ ਸੋ ਅਸਵਾਰ ਬਣਾਈ। ਨਵਾਬ ਸਾਹਿਬ ਪੁੱਛਦੇ ਕਹਿੰਦੇ ਚਾਹੀਦਾ ਕੀ ਹੈ? ਕਹਿੰਦੇ ਜੀ ਕੀਮਤੀ ਹਾਥੀ ਉਹ ਚਾਹੀਦੇ ਆ, ਸੋਹਣੇ ਘੋੜੇ ਤੇ ਸੋਹਣੇ ਊਠ, ਇਹ ਚੀਜ਼ਾਂ ਸ਼ਾਨ ਹੁੰਦੀਆਂ ਨੇ। ਪੁਰਾਣੇ ਸਮੇਂ 'ਚ ਕਿਸੇ ਇੱਕ ਬਰਾਤ ਵਿੱਚ ਇੱਕ ਅੱਧਾ ਹਾਥੀ ਵਸਾ ਹੁੰਦਾ ਸੀ, ਘੋੜੇ ਹੁੰਦੇ ਸੀ, ਆਮ ਗੱਲ ਸੀ। ਊਠਾਂ ਦਾ ਹੋਣਾ ਖਾਸ ਗੱਲ ਸੀ, ਕਿਉਂਕਿ ਕੋਈ ਰਾਜਾ ਮਹਾਰਾਜਾ ਸ਼ਹਿਨਸ਼ਾਹ ਜਾਂਦਾ ਸੀ, ਉਹਦੀ ਬਰਾਤ ਦੇ ਸ਼ਿੰਗਾਰ ਹੁੰਦੇ ਸੀ, ਫੌਜਾਂ ਦੇ ਸ਼ਿੰਗਾਰ ਨੇ। ਜੈ ਰਾਮ ਜੀ ਕਹਿੰਦੇ ਸਾਨੂੰ ਹਾਥੀ ਚਾਹੀਦੇ ਆ, ਜਿੰਨੇ ਵੀ ਤੁਹਾਡੇ ਕੋਲ ਕੀਮਤੀ ਹਾਥੀ ਨੇ ਬਰਾਤ ਦੇ ਰੂਪ ਵਿੱਚ ਸ਼ਿੰਗਾਰ ਕੇ ਉਹਨਾਂ ਨੂੰ ਲੈ ਕੇ ਜਾਣਾ ਏ। ਭੂਖਨ ਸੁੰਦਰ ਕੰਚਨ ਕੀ ਨਗ, बीच जरावण सो शब छाई। नवाब साहब बड़े खुश हुए, उन्होंने हाथियों को गहणियां नाल शिकारिया, सोहने हौदे पाए गए उत्ते पूरी ठाठ बाट नाल, क्योंकि शाही वस्त्र सी, शाही हाथी ने। हुण शाही सवारियां तुहानूं पता हुंदा किन्नी टौर शौर हुंदी है। कहते हाथियों को तैयार किया, घोड़ियां को तैयार किया, नाल उन्हां घोड़ियां दे सवार भेजे, जिवें परेड हुंदी है ना, तां जो बरात दे अगे पिछे घोड़े इदां चलण। अपने सिपाही भेजे ने नाल, कहते ऊठां नूं शिंगारिया गया, ऊठां दे सोहणे सोहणे वस्त्र पाए, उत्ते झुल पाए होए आ जी। कहते गलां दे विच सोहणीआं टल्लियां बन्नियां होईआं ने ते पैरां नूं झांजरां बन्नियां ने ऊठां दे। सारा कुछ तैयार के शिंगार के अपने वल्लों कुछ माया, कुछ पदार्थ, कुछ वस्तुआं जय राम जी नूं अर्पण कीतियां ने। और तुखार दए हित पारन, तंबू कन्ना तन की समुदाई। जिथे 30 तो 35 ऊठ दिते ने बरात का शिंगार करने वास्ते, 30-35 ऊठ थोड़े नहीं होंगे। कहते उत्थे उन्होंने अपने वालों कीमती 4 तंबू दिते, 4 तंबू टेंट, भी जिथे भी बरात रुके तुहानूं औखा ना होवे। ते अपने कई सिपाही सेवादार नवाब दौलत खान ने भेजे ने। क्यों भेजे? वो कहते मोदी साडे अपने ने, क्योंकि समय के नवाब दौलत खां दे मोदी ने गुरु नानक साहब सच्चे पातशाह सारा ही प्रशासन जिन्ना अमला सी सतगुरां दी बरात दा शिंगार बनाया है। अडिल दौलत खान लख हृदय सो मोदी अपनो, जस अप जस जग माज मुझे संग जपनो। नवाब दौलत खां ने अपने जिन्ने बड़े बड़े दीवान सी कोल बिठा के उन्हां नूं आखिया, कहंदा वेखो जिन्नी साडे मोदी दी टौर होएगी, उहदी भावना सी, जिन्नी उन्हां दी टौर होएगी उन्नी सुल्तानपुर लोधी दी बल्ले बल्ले होएगी, साडे शासन दी गल है। ते जिन्ना विआह ठंडा होऊगा उन्नियां साडे ते गल्लां होणगीआं। कहणगे नवाब साहब ने अपने मोदी दा साथ नहीं दिता, उन्हें उस वेले उस व्यक्ति नूं भी बुलाया जिन्हें गुरु नानक साहब जी नूं नीचा दिखाउण दी कोशिश कीती सी जादू राही। मुर्शी नूं कोल बिठा के आख्या, मुर्शिया छड्ड दे सारियां गल्लां, तू गुरु नानक साहब जी का मित्र बन के, साथी बन के इस बरात विच जाएगा। इस बरात की सारी वांग डोर जिन्हें उहदे अपने साथी ने
ਮੁਨਸ਼ੀ ਨੂੰ ਦਿੱਤੀ ਗਈ ਤੇ ਮੁਨਸ਼ੀ ਬੜਾ ਖੁਸ਼ ਹੋਇਆ ਵੀ ਨਵਾਬ ਸਾਹਿਬ ਨੇ ਏਡੀ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ, ਕਿਉਂਕਿ ਜੈਰਾਮ ਜੀ ਤੋਂ ਤੇ ਹਾਥੀ ਘੋੜੇ ਸੰਭਾਲੇ ਨਹੀਂ ਜਾਣੇ। ਇਹ ਜਿੰਨਾ ਅਮਲਾ ਹੋਏਗਾ ਪ੍ਰਸ਼ਾਸਨ ਦਾ ਉਹ ਸਰਕਾਰ ਨਹੀਂ ਸਾਂਭਣਾ। ਜਦੋਂ ਰਾਈ ਨੂੰ ਕਮਾਂਡ ਦਿੱਤੀ ਗਈ, ਮਾਇਆ ਦੀਆਂ ਥੈਲੀਆਂ ਦਿੱਤੀਆਂ ਨਾਲ ਇੱਕ ਗੱਡਾ ਭਰ ਕੇ ਵੀ ਜਿੱਥੇ ਵੀ ਮਾਇਆ ਦੀ ਪਦਾਰਥਾਂ ਦੀ ਲੋੜ ਹੋਵੇ ਇਹ ਤੂੰ ਖਰਚਣੀ ਹੈ। ਰਾਜੇ ਮਹਾਰਾਜਿਆਂ ਦੇ ਐਸੇ ਠਾਠ ਹੁੰਦੇ ਸੀ ਵੀ ਇਹ ਬਰਾਤ ਹੱਸਦੀ ਟੱਪਦੀ ਨੱਚਦੀ ਮੁੜ ਸੁਲਤਾਨਪੁਰ ਲੋਧੀ ਖੁਸ਼ੀਆਂ ਨਾਲ ਵਾਪਸ ਆਵੇ। ਦਿਓ ਦਰਬ ਮੰਗਵਾਏ ਕੋਸ਼ ਤੇ ਹਰਖ ਜੁਤ ਹੋ ਕਹੈ ਕਰੋ ਜਸ ਭੂਰ ਉਧਾਰੋ ਹੋਈ ਚਿਤ। ਸਮੇਂ ਦੇ ਨਵਾਬ ਦੌਲਤ ਖਾਨ ਨੇ ਕਹਿੰਦੇ ਹਜ਼ਾਰਾਂ ਰੁਪਇਆ ਆਪਣੇ ਖਜ਼ਾਨੇ ਵਿੱਚੋਂ ਕੱਢ ਕੇ ਇੱਕ ਗੱਡੇ ਵਿੱਚ ਥੈਲੇ ਭਰ ਕੇ ਰਖਾ ਦਿੱਤਾ। ਮਾਇਆ ਦੀ ਕਮੀ ਹੈ। ਨਾਨਕੇ ਲੱਗ ਮਾਇਆ ਲੈ ਕੇ ਆਏ ਨੇ, ਦਾਦਕੇ ਲੱਗ ਲੈ ਕੇ ਆਏ ਨੇ। ਰਾਏ ਬਲਾਰ ਜੀ ਨੇ ਆਪਣੇ ਵੱਲੋਂ ਕਿੰਨਾ ਸਮਾਨ ਕਿੰਨਾ ਪੈਸਾ ਭੇਜਿਆ। ਇੱਧਰ ਸਮੇਂ ਦੇ ਨਵਾਬ ਨੇ ਵੀ ਭੇਜ ਦਿੱਤਾ ਤੇ ਸਤਿਗੁਰਾਂ ਦੇ ਜੀਜਾ ਜੀ ਵੱਲੋਂ ਵੀ ਬੜੀ ਮਾਇਆ ਨਾਲ ਜਾਊਗੀ। ਮਤਲਬ ਇਹ ਸੀ ਰਾਈ ਫੈਮਿਲੀ ਦਾ ਔਰ ਉੱਚੇ ਉੱਚੇ ਲੋਕ। ਮਾਇਆ ਦੀ ਕੋਈ ਕਮੀ ਨਹੀਂ ਸੀ। ਜਿਹਦੇ ਕੋਲੋਂ ਵੀ ਜਿਹੜਾ ਜਾ ਕੇ ਮੰਗਦਾ ਸੀ ਉਹੀ ਜੇਬਾਂ ਭਰੀਆਂ ਵੰਡ ਦਿੰਦਾ ਸੀ। ਐਡੀ ਵੱਡੀ ਬਰਾਤ ਹੈ, ਹਜ਼ਾਰਾਂ ਦੇ ਹਿਸਾਬ ਦੇ ਨਾਲ ਇਹਦੇ ਵਿੱਚ ਸਰੀਰ ਇਕੱਠੇ ਹੋਏ, ਹਜ਼ਾਰਾਂ ਦੇ ਹਿਸਾਬ ਨਾਲ। ਇਹ ਨਹੀਂ 20 50 200 400 500 ਬੰਦਾ ਹੋ। ਕਵੀ ਜ਼ਿਕਰ ਕਰਦੇ ਹਜ਼ਾਰਾਂ ਦੇ ਹਿਸਾਬ ਨਾਲ ਨੇ, ਕਿਉਂਕਿ ਆਪਣੇ ਸਾਧਨ ਵੀ ਲੋਕਾਂ ਦੇ ਨੇ। ਸਰਕਾਰ ਵੱਲੋਂ ਵੀ 150 200 ਘੋੜਾ ਭੇਜਿਆ ਗਿਆ ਨਾਲ, ਹਾਥੀ ਭੇਜੇ ਗਏ ਨੇ, ਊਠ ਭੇਜੇ ਗਏ ਨੇ। ਕਿੱਡਾ ਵੱਡਾ ਅਮਲਾ ਹੋਣਾ ਜੀ। ਨਾਨਕੇ ਦਾਦਕੇ ਪਰਿਵਾਰ ਵੀ ਚੱਲੇ ਐ ਤੇ ਬਰਾਤ ਕਈ ਨਗਰ ਕੀਰਤਨਾਂ ਜੱਡੀ ਹੋਏਗੀ। ਖੂਬ ਤਿਆਰੀ ਕੀਤੀ ਗਈ। ਜਦੋਂ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਸਮੇਂ ਦੇ ਨਵਾਬ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਤੇ ਬਾਪੂ ਜੀ ਆਪਣੇ ਹਿਸਾਬ ਨਾਲ ਸੋਚਦੇ, ਕਹਿੰਦੇ ਫਿਰ ਮੇਰੇ ਪੁੱਤ ਨੇ ਇੱਜ਼ਤ ਵੀ ਤੇ ਕਮਾਈ ਹੋਈ ਆ। ਖੁਦਾਬ ਇਹ ਉਹਦੀ ਕਿਰਪਾ ਹੈ ਜਿਹਨੇ ਮਾਇਆ ਕਮਾਈ ਆ, ਉਹਨਾਂ ਨੂੰ ਵੀ ਬਰਾਬਰ ਹਿੱਸਾ ਦਿੱਤਾ ਤੇ ਆਪ ਵੀ ਰੱਖੇ। ਪਰ ਸੱਚੇ ਪਾਤਸ਼ਾਹ ਕੁਝ ਨਹੀਂ ਕਹਿੰਦੇ, ਉਹ ਕਹਿੰਦੇ ਇਹਨਾਂ ਦੇ ਆਪਣੇ ਮਨ ਦੀ ਖੁਸ਼ੀ ਖੁਸ਼ ਰਹਿਣ ਦਿਓ। ਅਸੀਂ ਕਿਉਂ ਕਿਸੇ ਨੂੰ ਦੁਖੀ ਕਰਨਾ ਹੈ? ਜਿੱਥੇ ਜਿਹਦੀ ਖੁਸ਼ੀ ਹੈ ਉਹਨੂੰ ਉੱਥੇ ਰਹਿਣ ਦੇਣਾ ਚਾਹੀਦਾ। ਇਹ ਬਹੁਤ ਵੱਡਾ ਪੁੰਨ ਹੈ, ਬੜਾ ਵੱਡਾ ਦਾਨ ਹੈ। ਮਰਦ ਸੱਚੇ ਪਾਤਸ਼ਾਹ ਦੇ ਸਾਹਮਣੇ ਵੀ ਕਈ ਵਾਰ ਪਿਤਾ ਜੀ ਹੋਛੀਆਂ ਦੀਆਂ ਗੱਲਾਂ ਕਰ ਜਾਂਦੇ ਨੇ ਹੋਰ ਤਰ੍ਹਾਂ ਦੀਆਂ ਮਾਇਆ ਨੂੰ ਲੈ ਕੇ, ਪਰ ਗੁਰੂ ਸਾਹਿਬ ਚੁੱਪ ਰਹਿੰਦੇ ਨੇ। ਉਹਨਾਂ ਕਦੇ ਕੁਝ ਨਹੀਂ ਕਿਹਾ। ਬਰਾਤ ਦਾ ਸਮਾਂ ਆਇਆ, ਸਤਿਗੁਰਾਂ ਨੇ ਸੋਹਣੀ ਦਸਾਰ ਸਰ ਬੀਚ ਬੰਨੀ, ਕਹਿੰਦੇ ਫਿਰ ਸੋਹਣੀ ਕਲਗੀ ਲਾਈ ਗਈ। ਗੁਰੂ ਸਾਹਿਬ ਨੇ ਬੜੇ ਸੋਹਣੇ ਪੁਸ਼ਾਕ ਤੇ ਬਸਤਰ ਪਾਏ। ਸੋਹਣੀ ਸ੍ਰੀ ਸਾਹਿਬ ਸਤਿਗੁਰਾਂ ਦੇ ਕੋਲੇ ਹੈ। ਲੱਕ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਕਮਰ ਕੱਸਾ ਕੀਤਾ ਤੇ ਵਿੱਚ ਇੱਕ ਕਟਾਰ ਰੱਖੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜਦੋਂ ਜੀਵਨ ਪੜ੍ਹੋਗੇ ਨਾ ਫੇਰ ਪਤਾ ਲੱਗਦਾ ਹੈ ਗੁਰੂ ਸਾਹਿਬ ਦੇ ਕੋਲੇ ਹਰ ਵੇਲੇ ਕਟਾਰ ਹੁੰਦੀ ਸੀ, ਖੰਜਰ ਹੁੰਦਾ ਸੀ ਗੁਰੂ ਨਾਨਕ ਸਾਹਿਬ ਜੀ ਦੇ ਕੋਲੇ। ਜਦੋਂ ਪੜ੍ਹੋਗੇ ਸਮਝ ਫੇਰ ਆਉਣੀ ਹੈ। ਆਹ ਜਿੰਨੀਆਂ ਅਸੀਂ ਫੋਟੋਆਂ ਦੇਖਦੇ ਹਾਂ ਭਗਵੇਂ ਕੱਪੜੇ ਵਾਲੀਆਂ ਤੇ ਏਜੰਸੀਆਂ ਦੀ ਖੇਡਾਂ ਨੇ ਪੁਰਾਣੇ ਸਮੇਂ ਤੋਂ ਚੱਲੀਆਂ ਆਈਆਂ ਵੀ ਸਿੱਖਾਂ ਨੂੰ ਵਿਖਾਓ ਵੀ ਤੁਹਾਡਾ ਬਾਬਾ ਤੇ ਸਾਧ ਸੀ। ਸਾਧ ਹੀ ਮੰਨੀ ਜਾਂਦੇ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਖੰਜਰ ਸੀ, ਅੱਜ ਵੀ ਬਗਦਾਦ ਵਿੱਚ ਪਿਆ ਹੈ। ਅੱਜ ਵੀ ਗੁਰੂ ਸਾਹਿਬ ਸ਼ਸਤਰ ਆਪ ਰੱਖਦੇ ਸੀ। ਇਹੀ ਕਾਰਨ ਸੀ ਕਲਗੀਧਰ ਜੀ ਨੇ ਵੀ ਸਾਨੂੰ ਸ਼ਸਤਰਾਂ ਨਾਲ ਜੋੜੇ। ਸਾਡੇ ਦਸੇ ਸਤਿਗੁਰਾਂ ਦੇ ਪਾਸ ਬੁੱਕਲ ਦਾ ਸ਼ਸਤਰ ਹੁੰਦਾ ਸੀ, ਕਟਾਰ ਤੇ ਖੰਜਰ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕਮਰ ਕਸੇ ਦੇ ਵਿੱਚ ਕਮਰ ਕਸਾ ਲਾਇਆ ਹੋਇਆ, ਖੰਜਰ ਰੱਖੀ ਹੋਈ ਹੈ, ਕਿਉਂਕਿ ਅੱਗੇ ਪਠਾਣਾ ਦੀ ਲਿਬਾਸ ਦੀ ਨਿਸ਼ਾਨੀ ਹੁੰਦੀ ਸੀ। ਰਾਜੇ ਮਹਾਰਾਜਿਆਂ ਕੋਲ ਬੁੱਕਲ ਦੇ ਸ਼ਸਤਰ ਹੁੰਦੇ ਸੀ। ਜਦੋਂ ਉਦਾਸੀਆਂ ਤੇ ਗੁਰੂ ਸਾਹਿਬ ਜਾਣਗੇ ਨਾ, ਉਦੋਂ ਮਰਦ ਕੋਲ ਇੱਕ ਸੋਟਾ ਵੀ ਹੋਏਗਾ ਜਿਹਦੇ ਬਾਰੇ ਲਿਖਿਆ ਹੋਇਆ ਭਾਈ ਗੁਰਦਾਸ ਨੇ। ਆਸ ਆਸਾ ਕਿਰਪਾਨ ਕਾਜ। ਆਸਾ ਕਹਿੰਦੇ ਨੇ ਸੋਟੇ ਨੂੰ, ਕਹਿੰਦੇ ਕਿਰਪਾਨ ਵੀ ਸੀ ਉਹਨਾਂ ਦੇ ਕੋਲੇ, ਕਿਤਾਬ ਵੀ ਹੈ ਕੋਲੇ। ਕਿਤਾਬ ਭਾਵ ਇੱਕ ਧਾਰਮਿਕ ਪੁਸਤਕ ਜਿਹਦੇ ਵਿੱਚ ਸਭ ਗੁਰਬਾਣੀ ਰਚਦੇ ਆ। ਸੋਹਣੀ ਕਟਾਰ ਗੁਰੂ ਸਾਹਿਬ ਨੇ ਆਪਣੇ ਕਮਰ ਕਸੇ ਵਿੱਚ ਲਾਈ ਹੈ। ਸੋਹਣਾ ਜੋੜਾ ਤਿਲੇਦਾਰ ਪਾਇਆ। ਮਰਦ ਬੜੇ ਪ੍ਰਸੰਨ ਨੇ, ਸਭ ਦੇ ਨਾਲ ਮਿਲਦੇ ਆ। ਕਹਿੰਦੇ ਜਿਹੋ ਜਿਹੇ ਵਸਤਰ ਗੁਰੂ ਸਾਹਿਬ ਨੇ ਪਾਏ ਉਦਾਂ ਦੇ ਕੀਮਤੀ ਕੱਪੜੇ ਭਾਈ ਬਾਲਾ ਜੀ ਨੂੰ ਪਹਿਨਾਏ ਹਨ। ਸਵਈਆ ਆਨ ਜੈ ਰਾਮ ਨਾ ਧਾਮ ਵਿਖੇ ਤਤਕਾਲ ਕਰੀ ਚੜਨੇ ਕੀ ਤਿਆਰੀ। ਬਰਾਤ ਇੱਥੋਂ ਚੱਲਣ ਦੀ ਤਿਆਰੀ ਹੋਈ। ਸਭ ਤੋਂ ਪਹਿਲਾਂ ਹਾਥੀ ਜੁੜੇ ਗਏ। ਉਹਨਾਂ ਹਾਥੀਆਂ ਦੇ ਵਿੱਚੋਂ ਮੁੱਖ ਹਾਥੀ ਤੇ ਸਤਿਗੁਰਾਂ ਦੇ ਪਿਤਾ ਸਵਾਰ ਨੇ। ਦੂਜੇ ਹਾਥੀ ਤੇ ਗੁਰੂ ਸਾਹਿਬ ਦੇ ਚਾਚਾ ਜੀ। ਕਹਿੰਦੇ ਹਾਥੀਆਂ ਤੋਂ ਬਾਅਦ ਘੋੜੇ, ਘੋੜਿਆਂ ਤੋਂ ਬਾਅਦ ਊਠ, ਊਠਾਂ ਤੋਂ ਬਾਅਦ ਰੱਥ, ਰੱਥਾਂ ਤੋਂ ਬਾਅਦ ਪਾਲਕੀਆਂ, ਪਾਲਕੀਆਂ ਤੋਂ ਪਿੱਛੋਂ ਪੈਦਲ ਲੋਕ। ਏਦਾਂ ਲੱਗਦਾ ਜਿਵੇਂ ਕਿਤੇ ਜੰਗ ਲਈ ਫੌਜਾਂ ਚੱਲੀਆਂ ਨੇ। ਇੰਨਾ ਠਾਠ ਬਾਠ, ਦੂਰ ਦੂਰ ਤੱਕ ਪਤੰਗੀਆਂ,
ਝੰਡੀਆਂ ਲਾਈਆਂ ਗਈਆਂ, ਉਹਨਾਂ ਸਮੇਂ ਦੀਆਂ ਕਲੀਆਂ ਖਿਲਾਰੀਆਂ ਗਈਆਂ, ਫੁੱਲਾਂ ਦੀਆਂ ਬਰਸਾਤਾਂ ਹੋਈਆਂ, ਅਤਰ ਫਲੇਰ ਛਿੜਕੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪ ਸੋਹਣੀ ਘੋੜੀ ਤੇ ਸਵਾਰ ਹੋਏ ਨੇ। ਇਹ ਬਰਾਤ ਸੁਲਤਾਨਪੁਰ ਲੋਧੀ ਤੋਂ ਚੱਲੀ ਹੈ। ਇਸ ਬਰਾਤ ਵਿੱਚ ਕੌਣ ਕੌਣ ਗਿਆ, ਰਸਤੇ 'ਚ ਕੀ ਕੁਝ ਹੋਇਆ, ਕਿਉਂਕਿ ਹੁਣ ਬਰਾਤ ਸੁਲਤਾਨਪੁਰ ਤੋਂ ਚੱਲ ਪਈ ਹੈ। ਅੱਜ ਦੀ ਸਾਰੀ ਤਿਆਰੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ। ਇਸ ਬਰਾਤ ਨੂੰ ਉਹਨਾਂ ਨੇ ਅਨੋਖਾ ਰੂਪ ਦੱਸਿਆ ਹੈ। ਕਹਿੰਦੇ ਏਦਾਂ ਦੀ ਬਰਾਤ ਮੈਂ ਨਹੀਂ ਵੇਖੀ, ਜਾ ਵੇਖੀ ਹੈ ਗੁਰੂ ਕਲਗੀਧਰ ਪਾਤਸ਼ਾਹ ਦੀ, ਜੋ ਅਨੰਦਪੁਰ ਸਾਹਿਬ ਤੋਂ ਗੁਰੂ ਕੇ ਲਾਹੌਰ ਗਈ ਸੀ। ਕਹਿੰਦੇ ਇਹ ਬਰਾਤਾਂ ਉਸ ਸਮੇਂ ਦੀਆਂ ਬਹੁਤ ਵੱਡੀਆਂ ਬਰਾਤਾਂ ਸੀ, ਬਹੁਤ ਵੱਡੀਆਂ ਬਰਾਤਾਂ ਵਿੱਚ ਨਾਮ ਆਏ ਇਹਨਾਂ ਬਰਾਤਾਂ ਦਾ। ਐਸੀ ਬਰਾਤ ਕਿਸੇ ਦੀ ਨਹੀਂ ਸੀ ਜਾਂਦੀ। ਜਦੋਂ ਹੁਣ ਬਰਾਤ ਨਿਕਲੂਗੀ ਰਾਜੇ ਮਹਾਰਾਜੇ ਖੜ ਖੜ ਵੇਖਣਗੇ, ਪਿੰਡਾਂ ਦੇ ਪਿੰਡ ਆ ਕੇ ਵੇਖਣਗੇ ਵੀ ਕਿਸ ਬਾਦਸ਼ਾਹ ਦੀ ਬਰਾਤ ਚੱਲੀ ਹੈ। ਇੰਨਾ ਠਾਠ ਬਾਠ, ਇੰਨੇ ਗਹਿਣੇ ਗੱਟੇ, ਇੰਨਾ ਸ਼ੋਰ ਸ਼ਰਾਬਾ, ਇੰਨੀ ਦੁਨੀਆ ਕਿਹੜੇ ਪਾਸੇ ਜਾ ਰਹੀ ਹੈ। ਤੇ ਫਿਰ ਗੱਲਾਂ ਹੋਣਗੀਆਂ, ਮਹਿਤਾ ਕਲਿਆਣ ਚੰਦ ਜੀ ਆਪਣਾ ਪੁੱਤ ਵਿਆਹੁਣ ਚੱਲੇ ਆ, ਕਿੱਥੇ ਜਾਏਗੀ ਬਰਾਤ, ਅੱਗੇ ਕੀ ਕੁਝ ਹੋਣਾ, ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।